इस नौजवान की काढ़ है जिहड़ी असीं तुहानूं दिखावांगे कि इन्हां ने गोबर का की हल कर दिता। कार्तिक जी बहुत बहुत स्वागत है तुहाडा। सर आफ्टर इंजीनियरिंग कंप्लीट की थी तो मैं सोचा सी कि मैं वेस्ट मैनेजमेंट के उत्ते कुछ काम करा। उत्थे मैं देखा कि गोबर जिहड़ा है ਉਹਦੇ पहाड़ बने पे ने, जिवें दिल्ली च अपने कूड़े का पहाड़ बनाया हुआ है, एवें गोबर के पहाड़ बने पे। या तो उन्होंने नालियां सुट रहे थे या ਉਹਦਾ कोई मतलब ਉਹਦਾ कोई हल नहीं ਸੀਗਾ कि ਉਹ ਕਹਿੰਦੇ ਸੀ ਕਿ ਲੋਕਾਂ ਨੂੰ ਪੈਸੇ ਦੇ ਦਿੰਦੇ ਸੀ ਕਿ ਟਰਾਲੀ ਚੱਕ ਕੇ ਲੈ ਜਾਓ ਗੋਬਰ ਦੀ ਭਰ ਕੇ ਇਹਨੂੰ ਬਸ ਉਰੇ ਤੋਂ, ਕਿਉਂਕਿ ਜਿਹੜੀ ਸ਼ਹਿਰਾਂ ਦੀਆਂ ਡੇਅਰੀਆਂ ਨੇ ਉਹਨਾਂ ਨੂੰ ਤਾਂ ਵੈਸੇ ਹੀ ਬਹੁਤ ਸਮੱਸਿਆ ਸੀਗੀ। ਸੇਵੀਆਂ ਵੱਟਣ ਵਾਲੀ ਮਸ਼ੀਨ ਤੁਸੀਂ ਦੇਖੀ ਹੋਣੀ, ਆਟੇ ਤੋਂ ਸੇਵੀਆਂ ਬਣਦੀਆਂ। ਜਦੋਂ ਸੇਵੀਆਂ ਪਤਲੀਆਂ ਪਤਲੀਆਂ ਸੇਵੀਆਂ ਨਿਕਲ ਸਕਦੀਆਂ, ਮੈਂ ਗੋਹੇ ਦਾ ਬਾਲਾ ਕਿਉਂ ਨਹੀਂ ਬਣਾ ਸਕਦਾ। ਆ ਬਾਲਾ ਇਹਨਾਂ ਦੇ ਹੱਥ ਦੇ ਵਿੱਚ ਹੈ ਜੀ, ਇਹ ਗੋਬਰ ਦਾ ਬਣਾਇਆ ਹੋਇਆ, मतलब ਲੱਕੜ ਦੇ ਬਾਲੇ ਵਾਂਗੂ ਕੰਮ ਕਰ ਰਿਹਾ ਪਰ ਗੋਬਰ ਦਾ ਬਣਾਇਆ ਹੋਇਆ। ਉਸ ਟਾਈਮ ਤੋਂ ਲੈ ਕੇ 2017 ਚ ਮੈਂ ਮਸ਼ੀਨ ਬਣਾਈ ਸੀ। ਅੱਜ ਦੇ ਦੌਰ ਤੱਕ ਮੈਂ 9000 ਗਊਸ਼ਾਲਾ ਚ ਮਸ਼ੀਨਾਂ ਦੇ ਚੁੱਕਿਆ ਤੇ 9000 ਗਊਸ਼ਾਲਾ ਚ ਮਸ਼ੀਨ ਲਗਾ ਕੇ ਤੁਸੀਂ ਇਹ ਲਗਾ ਲਓ ਕਿ ਮੈਂ ਕਿੰਨੇ ਦਰਖਤ ਬਚਾਤੇ। ਇਹ ਸਰ ਇੱਕ ਸਵਿਚ ਹੈ, ਰਿਵਰਸੀਬਲ ਸਵਿਚ ਹੈ। ਸਾਡੀ ਮਸ਼ੀਨ ਇਧਰੋਂ ਚੱਲਦੀ ਹੈ, ਉੱਪਰ ਸਾਡਾ ਮਿਕਸਰ ਚੱਲ ਰਿਹਾ ਹੈ, ਉਹ ਗੋਹੇ ਨੂੰ ਆਟੋਮੈਟਿਕਲੀ ਥੱਲੇ ਭੇਜ ਰਿਹਾ ਹੈ। ਇਹਦੇ ਨਾਲ ਚੌਰਸ ਡਾਈ ਵੀ ਮਿਲਦੀ ਹੈ, ਦੋਨੋਂ ਲੱਕੜੀਆਂ ਦੋਨੋਂ ਡਾਈਆਂ ਲੱਗ ਸਕਦੀਆਂ ਨੇ, ਐਟ ਅ ਟਾਈਮ ਇੱਕ ਲੱਗੂਗੀ। ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ, ਮੈਂ ਹਾਂ ਅਨੁਰਾਗ ਸ਼ਰਮਾ। ਦੋਸਤੋ ਬਹੁਤ ਸਾਰੀਆਂ ਸਮੱਸਿਆਵਾਂ ਸਮਾਜ ਦੇ ਵਿੱਚ ਉਸ ਵਕਤ ਪੈਰ ਫਸਾਰ ਲੈਂਦੀਆਂ ਜਦੋਂ ਉਹਨਾਂ ਦਾ ਹੱਲ ਕਿਸੇ ਕੋਲ ਨਹੀਂ ਹੁੰਦਾ। ਜਿਸ ਤਰ੍ਹਾਂ ਕਿ ਕੂੜੇ ਕਚਰੇ ਦੀ ਬਹੁਤ ਵੱਡੀ ਸਮੱਸਿਆ ਹੈ, ਪਲਾਸਟਿਕ ਦੀ ਬਹੁਤ ਵੱਡੀ ਸਮੱਸਿਆ ਹੈ, गोबर की बड़ी वड्डी समस्या है क्योंकि बहुत सारे मवेशी ने, गऊँ मझां ने जिहड़ियां गोबर करदियां ने पर उस गोबर का कोई हल नहीं है। नगर निगम की गल कर लीए, वो भी इस हल नूं लभण दे विच लगे हुए सी। बहुत सारे ऐसे लोग ने जिहड़े गऊँ नूं या मझां नूं पालदे आ, डेयरी फार्मिंग का काम करदे आ, वो भी गोबर तो परेशान महसूस करते अपने आप नूं। बहुत सारिया गऊशाला ने जिथे कि गऊ वंश नूं रखिया जाता है, उत्थे भी गोबर की एक समस्या हमेशा ही पहाड़ बन के सामने खड़ी रहिंदी है पर इसदा स्थाई हल कोई नहीं मिलता। इत्थों चक उधर सिट, उधरों चक उधर सिट, बहुत सारे लोग इस तो बहुत ज़्यादा परेशान रहिंदे आ। पर अज मैं तुहानूं मिलान जा रहा एक अजिहे नौजवान ने जिसके दिमाग ने इस सारे गोबर का हल अजिहा कढ़ता है जिन्हों कह लीए नाले पुन्न नाले फलियां नाले समस्या हल ते नाले कारोबार भी चलना शुरू हो जाऊगा। मतलब गोबर तो ऐसी ऐसी चीज़ां बनाने की मशीन बनाती है जिस ते असीं विश्वास भी नहीं कर पावांगे। मतलब कि गोबर जिहड़ा कि हमेशा कहा जाता वेस्ट है वेस्ट है वेस्ट है, उसनूं इन्ना उपयोगी बना दिता है कि जिहड़ा समाज दे विच बहुत सारिया समस्यावां नूं हल कर दूगा। सो मेरे नाल इस वक्त मौजूद ने कार्तिक पाल जी जो कि इस नौजवान की काढ़ है जिहड़ी असीं तुहानूं दिखावांगे कि इन्हां ने गोबर का की हल कर दिता। कार्तिक जी बहुत बहुत स्वागत है तुहाडा। सर ये जिहड़ी मशीनां आपां देख रहे हैं जी, ਅਸੀਂ ਇੱਕ ਪ੍ਰੋਜੈਕਟ ਸੋਚ ਰਹੇ ਸੀਗੇ ਜਦੋਂ ਮੈਂ ਆਫਟਰ ਇੰਜੀਨੀਅਰਿੰਗ ਕੰਪਲੀਟ ਕੀਤੀ ਸੀ ਆਪਣੀ, ਤਾਂ ਮੈਂ ਚੰਡੀਗੜ੍ਹ ਯੂਨੀਵਰਸਿਟੀ ਤੋਂ ਵੈਸੇ ਪਾਸ ਆਊਟ ਹਾਂ ਤੇ ਮੈਂ ਆਫਟਰ ਇੰਜੀਨੀਅਰਿੰਗ ਕੰਪਲੀਟ ਕੀਤੀ ਸੀ ਤਾਂ ਮੈਂ ਸੋਚਿਆ ਸੀ ਕਿ ਮੈਂ ਵੇਸਟ ਮੈਨੇਜਮੈਂਟ ਦੇ ਉੱਤੇ ਕੁਝ ਕੰਮ ਕਰਾਂ। मतलब पहले ही सोच लिया सी भी जिहड़ी समाज की समस्या चाहे वो कूड़ा है चाहे वो गोबर है उस दे उत्ते कोई ना कोई हल लभी है। ਐਕਚੁਅਲੀ ਸਰ ਪਤਾ ਗੱਲ ਕੀ ਹੈ, ਜਿਹੜੀ ਆਪਣਾ ਮੈਂ ਐਕਚੁਅਲੀ ਗਊਆਂ ਵਾਸਤੇ ਜੋ ਮਸ਼ੀਨ ਬਣਾਉਂਦਾ ਸੀ ਚਾਰਾ ਕੱਟਣ ਵਾਲੀ, ਚਾਰਨ ਕੱਟਣ ਕਰਨ ਵਾਲੀ ਮਸ਼ੀਨ ਜਿਹੜੀ ਚਾਰਾ ਕੱਟਦੀ ਹੈ, ਚਾਫ ਕਟਰ ਬੋਲਦੇ ਜਿਹਨੂੰ, ਉਹਦੀ ਮੈਂ ਡਿਲੀਵਰੀ ਦੇਣ ਲਈ ਗਿਆ ਹੋਇਆ ਸੀਗਾ ਕਿਸੇ ਗਊਸ਼ਾਲਾ 'ਚ। ਉੱਥੇ ਮੈਂ ਦੇਖਿਆ ਕਿ ਗੋਬਰ ਜਿਹੜਾ ਉਹਦੇ ਪਹਾੜ ਬਣੇ ਪਏ ਨੇ, ਜਿਵੇਂ ਦਿੱਲੀ 'ਚ ਆਪਣੇ ਕੂੜੇ ਦਾ ਪਹਾੜ ਬਣਿਆ ਹੋਇਆ ਐਵੇਂ ਗੋਬਰ ਦੇ ਪਹਾੜ ਬਣੇ ਪਏ। ਜਾਂ ਤਾਂ ਉਹਨੂੰ ਨਾਲੀਆਂ ਸੁੱਟ ਰਹੇ ਸੀਗੇ ਜਾਂ ਉਹਦਾ ਕੋਈ मतलब ਉਹਦਾ ਕੋਈ ਹੱਲ ਨਹੀਂ ਸੀਗਾ ਕਿ ਉਹ ਕਹਿੰਦੇ ਸੀ ਕਿ ਲੋਕਾਂ ਨੂੰ ਪੈਸੇ ਦੇ ਦਿੰਦੇ ਸੀ ਕਿ ਟਰਾਲੀ ਚੱਕ ਕੇ ਲੈ ਜਾਓ ਗੋਬਰ ਦੀ ਭਰ ਕੇ ਇਹਨੂੰ ਬਸ ਉਰੇ ਤੋਂ, ਕਿਉਂਕਿ ਜਿਹੜੀ ਸ਼ਹਿਰਾਂ ਦੀਆਂ ਡੇਅਰੀਆਂ ਨੇ ਉਹਨਾਂ ਨੂੰ ਤਾਂ ਵੈਸੇ ਹੀ ਬਹੁਤ ਸਮੱਸਿਆ ਸੀਗੀ। ਬਲਕਿ ਕਈਆਂ ਨੇ ਤਾਂ मतलब ਪੋਲਿਊਸ਼ਨ ਬੋਰਡ ਵਾਲਿਆਂ ਨੇ ਤਾਂ ਚਲਾਨ ਵੀ ਕੱਟਦੇ ਸੀਗੇ ਕਿ ਬਈ ਵੀ ਗੋਬਰ ਦੀ ਸਾਨੂੰ ਸਮੱਸਿਆ ਬਹੁਤ ਆ ਰਹੀ ਹੈ। ਤੇ ਮੈਨੂੰ ਇੱਕ ਗਊਸ਼ਾਲਾ ਵਾਲੇ ਨੇ ਇੱਕ ਗੱਲ ਕਹੀ ਸੀ ਕਿ ਬਈ ਇਸ ਸਰ ਤੁਸੀਂ ਮਸ਼ੀਨਾਂ ਬਣਾਉਂਦੇ ਹੋ, ਇਹਦਾ ਵੀ ਕੋਈ ਹੱਲ ਕਰ ਦਿਓ ਵੀ ਗੋਬਰ ਦਾ ਵੀ ਇੱਥੇ ਕੋਈ ਨਵਾਂ ਇੱਕ ਇਨਕਮ ਜਨਰੇਟ ਹੋ ਜਾਏ ਗਊਸ਼ਾਲਾ ਵਾਸਤੇ। ਤੇ ਮੈਂ ਉਸੇ ਟਾਈਮ ਨਾ ਉੱਥੇ ਸੇਵੀਆਂ ਵੱਟਣ ਵਾਲੀ ਮਸ਼ੀਨ ਤੁਸੀਂ ਦੇਖੀ ਹੋਣੀ, ਆਟੇ ਤੋਂ ਸੇਵੀਆਂ ਬਣਦੀਆਂ, ਉਸੇ ਟਾਈਮ ਉੱਥੇ ਉਹ ਬੰਦਾ ਗੁਜ਼ਰ ਰਿਹਾ ਸੀਗਾ, ਉਹ ਬੰਦਾ ਕਿਸੇ ਨੂੰ ਸੇਵੀਆਂ ਵੱਟ ਕੇ ਦੇ ਰਿਹਾ ਸੀਗਾ। ਉਸੇ ਟਾਈਮ ਮੇਰੇ ਦਿਮਾਗ 'ਚ ਉਹ ਇੱਕ ਆਈਡੀਆ ਆਇਆ ਕਿ ਯਾਰ ਉਹਦੇ 'ਚ ਵੀ ਸਕਰੂ ਲੱਗਿਆ ਹੋਇਆ, ਉਹਦੇ 'ਚ ਇੰਨਾ ਹਾਰਡ ਮਟੀਰੀਅਲ ਜਿਹੜਾ ਕਿ ਗੋਬਰ ਵਾਲਾ ਹੈ, ਇੰਨਾ ਹਾਰਡ ਮਟੀਰੀਅਲ ਦੀ ਜਦੋਂ ਸੇਵੀਆਂ ਪਤਲੀਆਂ ਸੇਵੀਆਂ ਨਿਕਲ ਸਕਦੀਆਂ, ਮੈਂ ਗੋਹੇ ਦਾ ਬਾਲਾ ਕਿਉਂ ਨਹੀਂ ਬਣਾ ਸਕਦਾ। ਵਾਹ ਜੀ ਵਾਹ,
ਦਿਮਾਗ ਕਿੱਥੋਂ ਕਿੱਥੇ ਚੱਲਿਆ, ਸਮੱਸਿਆ ਕਿਸੇ ਨੇ ਦੱਸੀ, ਸੋਚਣਾ ਸ਼ੁਰੂ ਕਰਤਾ ਵੀ ਇਹਦਾ ਹੱਲ ਕੀ ਕਰੀਏ। ਹੱਲ ਵੀ ਕਹਿੰਦੇ ਆ ਆਪਣੇ ਠੇਠ ਪੰਜਾਬੀ ਜਿੰਦੀ ਕਹਿੰਦੇ ਆ ਉਹਨੂੰ, ਜਿੰਦੀ 'ਚ ਸੇਵੀਆਂ ਨਿਕਲਦੀਆਂ ਨੇ। ਮਤਲਬ ਸਾਰਾ ਕੁਝ ਸਾਡੇ ਸੱਭਿਆਚਾਰ ਦੇ ਵਿੱਚ ਹੀ ਲੁਕਿਆ, ਸਾਡੀ ਵਿਰਾਸਤ 'ਚ ਹੀ ਲੁਕਿਆ ਹੋਇਆ। ਸੋਚਣ ਤੇ ਦੇਖਣ ਵਾਲਾ ਨਜ਼ਰੀਆ ਚਾਹੀਦਾ। ਆਹ ਬਾਲਾ ਇਹਨਾਂ ਦੇ ਹੱਥ ਦੇ ਵਿੱਚ ਹੈ ਜੀ, ਇਹ ਗੋਬਰ ਦਾ ਬਣਾਇਆ ਹੋਇਆ, ਮਤਲਬ ਲੱਕੜ ਦੇ ਬਾਲੇ ਵਾਂਗੂ ਕੰਮ ਕਰ ਰਿਹਾ ਪਰ ਗੋਬਰ ਦਾ ਬਣਾਇਆ ਹੋਇਆ। ਸਨੀ ਜੀ ਇਹਦੇ ਬਾਰੇ ਹੁਣ ਥੋੜਾ ਜਿਹਾ ਮਸ਼ੀਨ ਬਾਰੇ ਵਿਚਾਰਨਾ ਪਾਓ, ਫਿਰ ਅਗਲੀ ਗੱਲ ਅੱਗੇ ਤੋਰਦੇ ਹਾਂ। ਸਰ ਜਿਹੜੀ ਇਹ ਮਸ਼ੀਨ ਹੈ, ਜਦੋਂ ਮੈਂ ਇਹ ਮਸ਼ੀਨ ਬਣਾਈ ਸੀਗੀ, ਇਹ ਮਸ਼ੀਨ ਜਿਹੜੀ ਹੈ ਆਪਾਂ 1 ਸਾਲ ਤੱਕ ਇਹਦੇ 'ਚ ਚੈਲੰਜ ਰਿਹਾ ਸਾਨੂੰ ਕਿ ਇਹਦਾ ਬਾਲਾ ਤਾਂ ਬਣਾਤਾ ਪਰ ਇਹਨੂੰ ਵੇਚਾਂਗੇ ਕਿੱਥੇ। ਔਰ ਕਈ ਗਊਸ਼ਾਲਾ ਵਾਲਿਆਂ ਨੇ ਸਾਨੂੰ ਇਹ ਗੱਲ ਕਹੀ ਵੀ ਅਸੀਂ ਇਸ ਮਸ਼ੀਨ ਦਾ ਕੀ ਕਰਾਂਗੇ, ਸਾਡਾ ਤਾਂ ਗੋਬਰ ਐਵੇਂ ਹੀ ਸਸਤਾ ਵਿਕ ਜਾਂਦਾ ਹੈ, ਪਾਥੀਆਂ ਪੱਥਣ ਵਾਲੇ ਵੀ ਚਲੇ ਜਾਂਦੇ ਨੇ, ਉਹ ਹੱਥ ਨਾਲ ਬਣਾ ਲੈਂਦੇ ਨੇ। ਬਟ ਮੈਂ ਉਹਨਾਂ ਨੂੰ ਇੱਕ ਸੋਲੂਸ਼ਨ ਦੇਣਾ ਸੀਗਾ ਕਿ ਬਈ ਅੱਜ ਕੱਲ੍ਹ ਪਾਥੀਆਂ ਪੱਥਣ ਵਾਸਤੇ ਵੀ ਲੇਬਰ ਨਹੀਂ ਮਿਲਦੀ। ਅੱਜ ਕੱਲ੍ਹ ਤਾਂ ਪਹਿਲਾਂ ਤਾਂ ਆਪਣੇ ਘਰਾਂ ਦੀਆਂ ਜਿਹੜੀ ਜਨਾਨੀਆਂ ਸੀਗੀਆਂ ਉਹ ਵੀ ਕੰਮ ਕਰ ਲੈਂਦੀਆਂ ਸੀ, ਪਰ ਅੱਜ ਕੱਲ੍ਹ ਉਹ ਵੀ ਨਹੀਂ ਆਪਣਾ ਟਾਈਮ ਬੜਾ ਚੇਂਜ ਹੋ ਚੁੱਕਿਆ, ਆਟੋਮੈਟਿਕ ਹੋ ਚੁੱਕਿਆ ਸਾਰਾ ਕੁਝ। ਤੇ ਮੈਂ ਇਹ ਮਸ਼ੀਨ ਜਦੋਂ ਬਣਾਈ, ਇਹ ਮਸ਼ੀਨ ਮੈਂ 1 ਸਾਲ ਤੱਕ ਗਊਸ਼ਾਲਾ ਨੂੰ 3-4 ਗਊਸ਼ਾਲਾ ਨੂੰ ਦਿੱਤੀਆਂ। ਉਹਨਾਂ ਨੂੰ ਮੈਂ ਕਿਹਾ ਤੁਸੀਂ ਟਰਾਇਲ ਕਰੋ, ਇਸ ਮਸ਼ੀਨ ਨੂੰ ਯੂਜ਼ ਕਰਕੇ ਇਹਦੀ ਲੱਕੜਾਂ ਬਣਾਓ। ਲੱਕੜਾਂ ਬਣਾਉਣ ਤੋਂ ਬਾਅਦ ਇਹਨੂੰ ਸ਼ਮਸ਼ਾਨ ਘਾਟ ਵਗੈਰਾ 'ਚ ਬੋਡੀ ਕ੍ਰੀਮੇਸ਼ਨ ਵਾਸਤੇ ਐਜ਼ ਅ ਸੈਂਪਲ ਟਰਾਇਲਸ ਕਰੋ ਇਹਦੇ, ਵੀ ਤੁਹਾਡੇ ਵਾਸਤੇ ਯੂਜ਼ਫੁਲ ਚੀਜ਼ ਹੈਗੀ ਹੈ ਕਿ ਨਹੀਂ ਹੈਗੀ। ਮੈਂ ਤਾਂ ਆਲਰੇਡੀ ਦੀ ਸਟੱਡੀ ਕੀਤੀ ਹੋਈ ਸੀਗੀ ਵੀ ਇਹ ਆਲਰੇਡੀ ਕੀ ਯੂਜ਼ਫੁਲ ਹੈ, ਬਟ ਮੈਂ ਉਹਨਾਂ ਨੂੰ ਉਹਨਾਂ ਦੇ ਹੱਥੀਂ ਪ੍ਰਯੋਗ ਕਰਵਾਉਣਾ ਚਾਹੁੰਦਾ ਸੀਗਾ ਕਿ ਐਕਚੁਅਲ 'ਚ ਯੂਜ਼ਫੁਲ ਹੈਗੀ ਹੈ ਕਿ ਨਹੀਂ ਹੈਗੀ। ਮੇਰੀ ਸਭ ਤੋਂ ਪਹਿਲੀ ਮਸ਼ੀਨ ਜੈਪੁਰ 'ਚ ਲੱਗੀ ਸੀਗੀ ਭਾਜੀ। ਜੈਪੁਰ 'ਚ ਉਹਨਾਂ ਨੇ ਸਭ ਤੋਂ ਪਹਿਲੀ ਮਸ਼ੀਨ 'ਚ ਮਤਲਬ ਜਦੋਂ ਲੱਕੜਾਂ ਲਾਈਆਂ ਸੀ, 90 ਕਿਲੋ ਦੀ ਬੋਡੀ ਸੀਗੀ, ਉਹਨੂੰ 3 ਕੁਇੰਟਲ ਲੱਕੜੀ ਲੱਗੀ ਸੀਗੀ। ਔਰ ਉਹ ਲੱਕੜੀ ਮਤਲਬ ਉਹਦੇ ਦਾ ਜਿਹੜਾ ਰਿਜ਼ਲਟ ਆਇਆ ਸੀ, ਰਿਜ਼ਲਟ ਐਵੇਂ ਦਾ ਆਇਆ ਸੀਗਾ ਕਿ ਉਹ ਲੱਕੜੀ ਸਾਡੀ ਆਮ ਲੱਕੜੀ ਨਾਲੋਂ ਘੱਟ ਲੱਗੀ ਸੀਗੀ ਤੇ ਬਾਲਣ ਜਿਹੜਾ ਸੀਗਾ ਇੰਨਾ ਜ਼ਿਆਦਾ ਸੀਗਾ ਆਮ ਲੱਕੜੀ ਨਾਲੋਂ ਕਿ ਉਹ ਬੋਡੀ ਮਤਲਬ ਕਿਵੇਂ ਜਲ ਗਈ ਜਾਂ ਉਹਦਾ ਸੰਸਕਾਰ ਕਿਵੇਂ ਹੋ ਗਿਆ, ਲੋਕੀ ਬਹੁਤ ਹੈਰਾਨ ਰਹਿ ਗਏ। ਇੱਥੇ ਇੱਕ ਗੱਲ ਬੜੀ ਹੋਰ ਵੀ ਮੇਰੇ ਦਿਮਾਗ ਦੇ ਵਿੱਚ ਆ ਗਈ ਕਿ ਤੁਸੀਂ ਜਿਹੜੀ ਵੱਡੀ ਸਮੱਸਿਆ ਹੈ, ਦਰਖਤ ਖਤਮ ਹੋ ਰਹੇ ਆ, ਸਾਰੀਆਂ ਸਰਕਾਰਾਂ ਜ਼ੋਰ ਲਗਾ ਰਹੀਆਂ ਨੇ ਵੀ ਦਰਖਤ ਬਚਾਓ, ਦਰਖਤ ਬਚਾਓ, ਦਰਖਤ ਬਚਾਓ, ਪਰ ਬਹੁਤ ਸਾਰੇ ਲੋਕ ਜਦੋਂ ਉਹਨਾਂ ਦਾ ਸਰੀਰ ਚਲਾ ਜਾਂਦਾ ਹੈ, ਆਤਮਾ ਨਿਕਲ ਜਾਂਦੀ ਹੈ, ਪਾਰਥਿਕ ਸਰੀਰ ਹੋ ਜਾਂਦਾ, ਉਸ ਨੂੰ ਸੰਸਕਾਰ ਕਰਨ ਵਾਸਤੇ 4 ਮਣ ਲੱਕੜ ਜਿਹੜੀ ਹੈ ਉਹ ਲੱਗ ਜਾਂਦੀ ਹੈ। ਸੋ ਉਹ ਲੱਕੜ ਵੀ ਬਚ ਸਕਦੀ ਹੈ ਜੇਕਰ ਅਸੀਂ ਇਹ ਗੋਹੇ ਦੀ ਬਣੀ ਹੋਈ ਲੱਕੜ ਇਸਤੇਮਾਲ ਕਰ ਲਈਏ। ਵਾਹ ਜੀ, ਇੱਕ ਪਾਸੇ ਗੋਹਾ ਬਚ ਗਿਆ, ਦੂਜੇ ਪਾਸੇ ਲੱਕੜ ਵੀ ਬਚਾਤੀ। ਵਾਹ, ਅਸੀਂ 15 ਸਾਲ ਦੇ 2 ਪੇੜ ਬਚਾ ਰਹੇ ਹਾਂ ਇੱਕ ਸੰਸਕਾਰ ਦੇ ਵੇਲੇ ਗੋਬਰ ਦੀ ਲੱਕੜੀ ਨੂੰ ਯੂਜ਼ ਕਰਕੇ। ਹੁਣ ਇਹੀ ਲੱਕੜੀ ਫਿਰ ਮੇਰੀ ਜਦੋਂ ਇਹ ਸਕਸੈਸਫੁਲ ਹੋ ਗਿਆ, ਮੈਂ ਉਸ ਟਾਈਮ ਤੋਂ ਲੈ ਕੇ 2017 'ਚ ਮੈਂ ਮਸ਼ੀਨ ਬਣਾਈ ਸੀ, ਅੱਜ ਦੇ ਦੌਰ ਤੱਕ ਮੈਂ 9000 ਗਊਸ਼ਾਲਾ 'ਚ ਮਸ਼ੀਨਾਂ ਦੇ ਚੁੱਕਿਆ ਤੇ 9000 ਗਊਸ਼ਾਲਾ 'ਚ ਮਸ਼ੀਨ ਲਗਾ ਕੇ ਤੁਸੀਂ ਇਹ ਲਗਾ ਲਓ ਕਿ ਮੈਂ ਕਿੰਨੇ ਦਰਖਤ ਬਚਾਤੇ। ਬਹੁਤ ਸਾਰੇ ਦਰਖਤ ਬਚਾ ਰਹੇ ਹੋ। ਦਰਖਤ ਬਚਾਉਣ ਵਾਲੇ ਤੁਸੀਂ ਤੇ ਤੁਹਾਡੀ ਇਹ ਮਸ਼ੀਨ। ਇੱਕ ਵਾਰ ਆ ਮਸ਼ੀਨ ਵੀ ਦਿਖਾ ਦਈਏ। ਆ ਜਾਓ, ਮੈਂ ਕੈਮਰਾਮੈਨ ਨੂੰ ਗੁਜ਼ਾਰਿਸ਼ ਕਰੂੰਗਾ। ਇਹ ਮਸ਼ੀਨ ਹੈ ਜੀ ਜਿਹੜੀ ਕਿ ਇਹਨਾਂ ਦੀ ਇਨਵੈਂਸ਼ਨ ਹੈ। ਤੁਸੀਂ ਦੇਖੋ ਉੱਪਰ ਗੋਬਰ ਪਾਇਆ ਜਾ ਰਿਹਾ ਔਰ ਨੀਚੋਂ ਲੱਕੜ ਬਣ ਕੇ ਬਾਹਰ ਆ ਰਹੀ ਹੈ। ਸਨੀ ਜੀ, ਇਹ ਮਸ਼ੀਨ ਦੇ ਵਿੱਚ ਨਾਰਮਲ ਗੋਬਰ ਹੈ? ਇਹ ਮਸ਼ੀਨ ਦੇ ਵਿੱਚ ਆਪਾਂ 4 ਤੋਂ 5 ਦਿਨ ਪੁਰਾਣਾ ਗੋਹਾ ਪਾਉਂਦੇ ਹਾਂ, ਹਲਕੀ ਨਮੀ ਵਾਲਾ, ਤਾਂ ਕਿ ਉਹਦੀ ਹਾਰਡਨੈਸ ਵਧੀਆ ਬਣੀ ਰਵੇ ਤੇ ਉਹ ਮਤਲਬ ਇਕੱਠਾ ਨਾ ਹੋਵੇ ਇੱਕ ਜਗ੍ਹਾ ਤੋਂ। ਤੇ ਇਹਦੇ 'ਚ ਆਪਾਂ ਹੋਰ ਚੀਜ਼ਾਂ ਵੀ ਕਰ ਸਕਦੇ ਹਾਂ ਕਿ ਇਹਦੇ 'ਚ ਆਪਾਂ ਕਈ ਲੋਕੀ ਕਹਿੰਦੇ ਨੇ ਕਿ ਅਸੀਂ ਇਹਨੂੰ ਹੋਰ ਕਿੱਥੇ ਯੂਜ਼ ਕਰ ਸਕਦੇ ਹਾਂ। ਸ਼ਮਸ਼ਾਨ ਘਾਟ ਤਾਂ ਹੋ ਹੀ ਗਿਆ ਆਪਣਾ ਇੱਕ ਪਰਪਸ ਸੋਲਵ, ਇਹਨੂੰ ਆਪਾਂ ਹਵਨ ਦੇ ਵਿੱਚ ਵੀ ਯੂਜ਼ ਕਰ ਸਕਦੇ ਹਾਂ। ਇਹਦੀ ਹਵਨ ਦੀ ਡਾਈ ਵੀ ਮੈਂ ਦਿਖਾਉਣਾ ਚਾਹੂੰਗਾ ਲੋਕਾਂ ਨੂੰ। ਇਹ ਹਵਨ ਦੀ ਲੱਕੜੀ ਦੀ ਡਾਈ ਹੈ। ਅੱਛਾ, ਇਹ ਜਿਹੜੀ ਕਿਉਂਕਿ ਗਊ ਦਾ ਗੋਬਰ ਬੜਾ ਸ਼ੁੱਧ ਮੰਨਿਆ ਜਾਂਦਾ, ਉਹਦੇ ਲਈ ਹਵਨ ਦੀ ਲੱਕੜ ਵਾਸਤੇ ਆ ਗੋਬਰ ਦੀ ਡਾਈ ਬਣੂਗੀ। ਡਾਈ ਮਤਲਬ ਲੱਗੂਗੀ ਇਹਦੇ ਮਸ਼ੀਨ ਦੇ ਅੱਗੇ ਤੇ ਹਵਨ ਦੀ ਲੱਕੜ ਜਿਹੜੀ ਹੈ ਇਸ ਤਰ੍ਹਾਂ ਨਿਕਲ ਕੇ ਆ ਜਾਊਗੀ। ਇਹਦੇ ਵਿੱਚ ਆਪਾਂ ਕਪੂਰ ਮਿਲਾ ਸਕਦੇ ਹਾਂ, ਹਵਨ ਸਮਿੱਧਾ ਮਿਲਾ ਸਕਦੇ ਹਾਂ, ਕੁਝ ਵੀ ਖੁਸ਼ਬੂ ਵਾਸਤੇ, ਤੇ ਇੱਕ ਹਵਨ ਦੀ ਲੱਕੜੀ ਵੀ ਬਣ ਸਕਦੀ ਹੈ। ਹੁਣ ਕਈ ਲੋਕੀ ਕਹਿੰਦੇ ਆ ਜੇ ਆਪਾਂ ਇਹਨੂੰ ਕਮਰਸ਼ੀਅਲ ਪਰਪਸ ਦੇ, ਜੇ ਆਮ ਬੇਰੋਜ਼ਗਾਰ ਬੰਦਾ ਇਹਨੂੰ ਲਗਾਉਣਾ ਚਾਹਵੇ ਤਾਂ ਮੈਂ ਉਹਨੂੰ ਕਹਿੰਦਾ, ਜੇ ਉਹ ਕਹਿੰਦਾ ਮੈਂ ਭੱਠਿਆਂ ਵਿੱਚ ਵੇਚਣਾ ਚਾਹੁੰਦਾ ਜਾਂ ਮੈਂ ਹੋਟਲ ਦੇ ਤੰਦੂਰਾਂ 'ਚ ਵੇਚਣਾ ਚਾਹੁੰਦਾ ਜਾਂ ਮੈਂ ਬੋਇਲਰ 'ਚ ਵੇਚਣਾ, ਤਾਂ ਮੈਂ ਉਹਨਾਂ ਨੂੰ ਇਹ ਕਹਿੰਦਾ ਕਿ ਤੁਸੀਂ ਇੰਸਟੈਡ ਆਫ ਲੱਕੜੀ ਜਾਂ ਕੋਇਲਾ, ਤੁਸੀਂ ਇਹਦੇ ਵਿੱਚ 70% ਗੋਬਰ 'ਚ 30% ਲੱਕੜੀ ਦਾ ਬੁਰਾਦਾ, ਕੋਇਲੇ ਦਾ ਬੁਰਾਦਾ ਮਿਲਾਓਗੇ ਜਾਂ ਚਾਵਲ ਦੀ ਫੱਕ ਮਿਲਾਓਗੇ ਜਾਂ ਪਰਾਲੀ ਮਿਲਾਓਗੇ, ਜਿਹੜੀ ਕਿ ਅੱਜ ਕੱਲ੍ਹ ਆਪਣੇ ਪੰਜਾਬ 'ਚ ਬਹੁਤ ਜਲ ਰਹੀ ਹੈ, ਲੋਕੀ ਆਮ ਹੀ ਜਲਾ ਦਿੰਦੇ ਆ। ਉਹਨੂੰ ਮਿਲਾਓਗੇ ਤਾਂ ਇੱਕ એનર્ਜੀ ਕ੍ਰੀਏਟ ਕਰੇਗੀ ਔਰ ਉਹ ਭੱਠਿਆਂ ਵਾਸਤੇ ਬਹੁਤ ਬੈਸਟ ਮੰਨੀ ਗਈ ਹੈ। ਉਹਦੀ ਕੈਲੋਰੀਫਿਕ ਵੈਲਿਊ ਬਹੁਤ ਅੱਛੀ ਆਈ ਹੈ। ਸੋ ਇੱਕ ਵਾਰ ਫਿਰ ਡਿਟੇਲ 'ਚ ਮੈਂ ਮਸ਼ੀਨ ਦਿਖਾ ਦਿਆਂ। ਪਹਿਲਾਂ ਕੈਮਰਾਮੈਨ ਨੂੰ ਗੁਜ਼ਾਰਿਸ਼ ਕਰਾਂਗਾ ਇੱਥੋਂ ਸਟਾਰਟ ਕਰਨ, ਤੁਸੀਂ ਦੱਸੀ ਜਾਇਓ ਜੀ ਇਹ ਕੀ ਹੈ। ਇਹ ਸਰ ਇੱਕ ਸਵਿੱਚ ਹੈ, ਰਿਵਰਸੀਬਲ ਸਵਿੱਚ ਹੈ। ਸਾਡੀ ਮਸ਼ੀਨ ਇਧਰੋਂ ਚੱਲਦੀ ਹੈ, ਉੱਪਰ ਸਾਡਾ ਮਿਕਸਰ ਚੱਲ ਰਿਹਾ ਹੈ, ਉਹ ਗੋਹੇ ਨੂੰ ਆਟੋਮੈਟਿਕਲੀ ਥੱਲੇ ਭੇਜ ਰਿਹਾ ਹੈ। ਫਿਰ ਥੱਲੇ ਵੀ ਮੇਰਾ ਸਕਰੂਡਰ ਲੱਗਿਆ ਹੋਇਆ ਹੈ। ਇਹ ਅੱਗੇ ਬੰਦਾ ਜਿਹੜਾ ਹੈ ਡਾਈ 'ਚੋਂ ਕੱਢ ਕੇ ਇਹ ਆਪਣੀ ਹਜੇ ਇਸ ਟਾਈਮ ਗੋਲਡ ਡਾਈ ਲੱਗੀ ਹੋਈ ਹੈ, ਇਹਦੇ ਨਾਲ ਚੌਰਸ ਡਾਈ ਵੀ ਮਿਲਦੀ ਹੈ। ਦੋਨੋਂ ਡਾਈਆਂ ਲੱਗ ਸਕਦੀਆਂ ਨੇ, ਐਟ ਅ ਟਾਈਮ ਇੱਕ ਲੱਗੂਗੀ। ਇਹ 2.5 ਫੁੱਟ ਲੰਬੀ, 3 ਇੰਚ ਚੌੜੀ, ਵਿੱਚ 1 ਇੰਚ ਦਾ ਹੋਲ।
ਹੁਣ ਹੋਲ ਦਾ ਇਹ ਸਾਇੰਸ ਹੈ ਕਿ ਕਈ ਲੋਕੀ ਮੈਨੂੰ ਪੁੱਛਦੇ ਆ ਹੋਲ ਕਿਉਂ ਦਿੱਤਾ ਹੈ। ਹੋਲ ਮੈਂ ਇਸ ਲਈ ਦਿੱਤਾ ਹੈ, ਜਿਹੜਾ ਇਹ ਹੋਲ ਹੈ ਇਹ ਹੋਲ ਇਸ ਲਈ ਦਿੱਤਾ ਕਿ ਇਹ ਜਲਦੀ ਸੁੱਕੇ। ਜਿਵੇਂ ਆਪਾਂ ਪਾਥੀ ਜਲਾਉਣ ਤੇ ਜਦੋਂ ਆਪਾਂ ਪਾਥੀ ਨੂੰ ਜਲਾਉਂਦੇ ਆ, ਹਾਂ ਪਾਥੀ ਨੂੰ ਜਦੋਂ ਜਲਾਉਂਦੇ ਆ ਤਾਂ ਉਹ ਧੂੰਆਂ ਕਰਦੀ ਹੈ ਇੱਕਦਮ, ਕਿਉਂਕਿ ਉਹਨੂੰ ਹਵਾ ਨਹੀਂ ਮਿਲਦੀ। ਇਹਨੂੰ ਜਲਾਵਾਂਗੇ ਤਾਂ ਇਹ ਹੀਟ ਤੇ ਕਨਸੈਂਟਰੇਟ ਕਰੇਗਾ, ਧੂਏ 'ਚ ਨਹੀਂ ਕਰੇਗਾ। ਤੇ ਇਹ ਵੀ ਇੱਕ ਬਹੁਤ ਬੜਾ 1 ਇੰਚ ਦਾ ਹੋਲ ਇਸ ਲਈ ਦਿੱਤਾ ਹੈ ਕਿ ਤਾਂ ਕਿ ਇਹ ਜਲੇ ਵਧੀਆ, ਅੱਛੀ ਪਰਫਾਰਮੈਂਸ ਆਵੇ ਤੇ ਆਪਣਾ ਵਧੀਆ ਕੰਮ ਕਰੇ। ਬਹੁਤ ਵਧੀਆ ਤੁਹਾਡੀ ਜਿਹੜੀ ਇਹ ਸੋਚ ਹੈ, ਬਹੁਤ ਵਧੀਆ ਡਿਜ਼ਾਈਨਿੰਗ ਹੈ। ਹੁਣ ਇਹਦੇ ਕੁਝ ਟੈਕਨੀਕਲ ਪਾਰਟ ਹੁੰਦੇ ਆ, ਜਿੱਦਾਂ ਤੁਸੀਂ ਦੱਸਤਾ ਸਵਿਚਰ ਹੈ, ਕਿੰਨੀ ਬਿਜਲੀ ਚਾਹੀਦੀ ਹੈ ਇਹਨੂੰ? ਸਰ ਇਹ ਵੈਸੇ ਮੇਰੀ ਮਸ਼ੀਨ ਇਹਦੇ 'ਚ 5 HP ਦੀ ਮੋਟਰ ਲੱਗੀ ਹੈ। ਇਹ 3 ਫੇਸ 'ਚ ਵੀ ਚੱਲਦੀ ਹੈ, ਸਿੰਗਲ ਫੇਸ 'ਚ ਵੀ, ਦੋਨੋਂ ਆਪਸ਼ਨ ਹੈਗੀ ਆਪਣੇ ਕੋਲ। ਮਸ਼ੀਨ ਮੇਰੀ ਇਹਦੇ 'ਚ 1440 RPM ਦੀ ਮੋਟਰ ਲੱਗੀ ਹੋਈ ਹੈ, ਪਰ ਆਪਾਂ ਇਹਦੇ 'ਚ ਸਿਰਫ 90 RPM ਯੂਜ਼ ਕਰ ਰਹੇ ਹਾਂ। ਘੰਟੇ ਦਾ 1.5 ਯੂਨਿਟ ਖਾਂਦੀ ਹੈ। 1 ਘੰਟੇ 'ਚ ਸਿਰਫ 1.5 ਯੂਨਿਟ ਖਾਊਗੀ। ਕੁੱਲ ਮਿਲਾ ਕੇ ਜੇ ਕਹਿਦਾ ਕਿ ਕਮਰਸ਼ੀਅਲ ਵੀ ਹੋਵੇ ਤਾਂ 7-10 ਰੁਪਏ ਦੀ ਬਿਜਲੀ ਖਾਊਗੀ। ਬਿਲਕੁਲ। ਤੇ ਲਾ ਲਓ ਕਿ ਤੁਸੀਂ ਘੰਟੇ 'ਚ ਆਪਾਂ 3 ਕੁਇੰਟਲ ਮਾਲ ਬਣਾ ਲਾਂਗੇ। ਅੱਛਾ, 1 ਘੰਟੇ 3 ਕੁਇੰਟਲ ਲੱਕੜ ਬਣ ਜੂਗੀ। 3 ਕੁਇੰਟਲ ਲੱਕੜ ਬਣ। ਤੇ ਕਿੰਨਾ ਵੇਸਟ ਗੋਬਰ ਹੈ ਜਿਹੜਾ ਉਹ ਖਤਮ ਹੋ ਜਾਊਗਾ? ਸਰ ਤੁਸੀਂ ਲਗਾ ਲਓ ਹੁਣ 3 ਕੁਇੰਟਲ ਆਪਾਂ ਜੇ 1 ਕਿਲੋ ਗੋਹਾ ਪਾਇਆ, 1 ਕਿਲੋ ਦੀ ਲੱਕੜ ਬਣੀ, ਸੁੱਕ ਕੇ ਆਪਾਂ ਨੂੰ 800 ਗ੍ਰਾਮ ਦੀ ਮਿਲ ਜਾਏਗੀ। 20% ਘੱਟ ਹੋਏਗਾ। ਤੇ ਮਸ਼ੀਨ ਦੀ ਕੀਮਤ ਕਿੰਨੀ ਹੈ ਜੀ, ਜਿਹੜੀ ਇੰਨੀ ਉਪਯੋਗੀ ਮਸ਼ੀਨ ਹੈ ਤੁਹਾਡੀ? ਮੇਰਾ ਆਟੋਮੈਟਿਕ ਮਾਡਲ ਹੈ। ਇਹਦੇ 'ਚ ਪਹਿਲਾਂ ਜਿਹੜਾ ਬਣਾਇਆ ਸੀ ਉਹ ਮੈਨੂਅਲ ਸੀਗਾ, ਡੰਡਾ ਮਾਰਨਾ ਪੈਂਦਾ ਸੀ, ਤਾਂ ਇੱਕ ਲੇਬਰ ਮੈਂ ਘਟਾਈ ਹੈ। ਤੇ 65000 ਦਾ ਮਾਡਲ ਹੈ ਮੇਰਾ। ਗੋਲ ਚਕੋਰ ਦੇ ਹਵਨ ਦੀ ਲੱਕੜੀ ਆਪਣੀ ਤਿੰਨੋਂ ਡਾਈਆਂ ਇਹਦੇ 'ਚ ਦਵਾਂਗੇ। ਤੇ ਇਹਦੇ 'ਚ ਬੰਦਾ ਇੱਕੋ ਹੀ ਕੰਮ ਕਰ ਸਕਦਾ? ਸਰ ਜਿਹਨੂੰ ਪ੍ਰੋਡਕਸ਼ਨ ਮੈਟਰ ਨਹੀਂ ਕਰਦੀ, ਜਿਵੇਂ ਗਊਸ਼ਾਲਾ ਵਾਲੇ ਬੰਦੇ ਨੂੰ ਉਹਨੇ ਲੱਕੜਾਂ ਬਣਾਈ ਜਾਣੀ ਹੈ ਤਾਂ ਇੱਕ ਬੰਦਾ ਵੀ ਕੰਮ ਕਰ ਸਕਦਾ ਹੈ। ਜੇ ਉਹਨੇ ਪ੍ਰੋਡਕਸ਼ਨ ਚਾਹੀਦੀ ਹੈ ਤਾਂ 2-3 ਬੰਦੇ ਵੀ ਚਾਹੀਦੇ ਆ ਆਪਾਂ ਨੂੰ। ਮਤਲਬ ਰੋਜ਼ਗਾਰ ਵੀ ਮੁਹੱਈਆ ਹੋ ਸਕਦਾ। ਦੋਸਤੋ ਬੜੀ ਹੀ ਕਮਾਲ ਦੀ ਮੈਂ ਕਹਿ ਲਾਂ ਕਿ ਕਾਰਤਿਕ ਨੇ ਮਸ਼ੀਨ ਬਣਾਤੀ ਹੈ ਜਿਹੜੀ ਸਾਡੀਆਂ ਕਈ ਸਮੱਸਿਆਵਾਂ ਹੱਲ ਕਰ ਰਹੀ ਹੈ। ਸਭ ਤੋਂ ਵੱਡੀ ਸਮੱਸਿਆ ਕਿ ਆ ਗੋਬਰ ਦੇ ਢੇਰ ਵੱਡੇ ਵੱਡੇ ਹੋ ਜਾਂਦੇ ਆ, ਉਹ ਖਤਮ ਹੋ ਜਾਣਗੇ। ਉਸ ਤੋਂ ਵੱਡੀ ਸਮੱਸਿਆ ਸੀ ਕਿ ਦਰਖਤ ਰੋਜ਼ ਵੱਢ ਰਹੇ ਸੀ। ਬਹੁਤ ਸਾਰੀ ਥਾਵਾਂ ਤੇ ਲੱਕੜ ਕੰਮ ਆਊਗੀ, ਹੱਥ ਸੇਕਣ ਦੇ, ਬਾਲਣ ਦੇ, ਹੋਰ ਤੁਸੀਂ ਜਿਵੇਂ ਸ਼ਮਸ਼ਾਨ ਘਾਟ ਦੇ ਵਿੱਚ ਕਿਹਾ, ਉਹ ਦਰਖਤ ਸਾਡੇ ਬਚ ਰਹੇ ਆ। ਜਿੱਦਾਂ ਇਹਨਾਂ ਨੇ ਕਿਹਾ 15-15 ਸਾਲ ਦੇ 2 ਦਰਖਤ ਮੈਂ ਹਰ ਰੋਜ਼ ਬਚਾ ਰਿਹਾ। ਤੇ ਇਹ ਤਾਂ ਬਹੁਤ ਸਾਰੀਆਂ ਮਸ਼ੀਨਾਂ ਇਹਨਾਂ ਨੇ ਲਾਤੀਆਂ ਤੇ ਬਹੁਤ ਸਾਰੇ ਦਰਖਤ ਬਚ ਰਹੇ ਆ। ਇਹ ਬੜੀ ਵੱਡੀ ਤੁਹਾਡੀ ਜਿਹੜੀ ਸੋਚ ਹੈ। ਹਾਂ ਚਾਹੂੰਗਾ ਸਰ, ਇਹ ਜਿਹੜੀ ਮੇਰੀ ਮਸ਼ੀਨ ਹੈ ICR ਤੋਂ ਪਾਸ ਹੋ ਗਈ ਹੈ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ। ਅੱਗੇ ਮੈਂ ਇਸ ਤੇ ਸਬਸਿਡੀ ਕਰਾ ਰਿਹਾ ਤੇ ਇਹ ਮੇਰੀ ਹਜੇ ਜੰਗ ਜਾਰੀ ਹੈ ਸਬਸਿਡੀ ਕਰਾਉਣ ਦੀ, ਬਟ ਬਹੁਤ ਜਲਦ ਸਰਕਾਰਾਂ ਸੁਣਨਗੀਆਂ ਤੇ ਮੇਰੀ ਕਾਫੀ ਸਟੇਟਾਂ 'ਚ ਹੋ ਚੁੱਕੀ ਹੈ ਸਬਸਿਡੀ ਇਸ ਮਸ਼ੀਨ ਤੇ। ਨਹੀਂ, ਸਾਡੇ ਪੰਜਾਬ ਦੀ ਸਰਕਾਰ ਤਾਂ ਜ਼ਰੂਰ ਸੁਣੂਗੀ ਜੀ, ਕਿਉਂਕਿ ਸਾਡੇ ਪੰਜਾਬ ਦੇ ਵਿੱਚ ਤਾਂ ਡੈਰੀ ਫਾਰਮਿੰਗ ਦਾ ਧੰਦਾ ਬਹੁਤ ਜ਼ਿਆਦਾ ਹੈ ਤੇ ਗੋਬਰ ਵੀ ਬਹੁਤ ਜ਼ਿਆਦਾ ਹੋਊਗਾ ਤੇ ਸਾਨੂੰ ਦਰਖਤਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਆ ਕੋਵਿਡ ਦੇ ਵਿੱਚ ਲੋਕਾਂ ਨੇ ਦੇਖਿਆ ਹੀ ਹੈ ਕਿ ਆਕਸੀਜਨ ਤੋਂ ਬਿਨਾ ਕਿਵੇਂ ਹੈ ਨਾ ਲੋਕ ਤੜਫਦੇ ਸੀ ਤੇ ਦਰਖਤਾਂ ਨੇ ਆਕਸੀਜਨ ਦੇਣੀ। ਤੁਸੀਂ ਤਾਂ ਬਹੁਤ ਵੱਡਾ ਕੰਮ ਕਰ ਰਹੇ ਹੋ, 2-3 ਮਸਲੇ ਤੁਸੀਂ ਹੱਲ ਕਰ ਰਹੇ ਹੋ, ਫਿਰ ਰੋਜ਼ਗਾਰ ਜਨਰੇਟ ਕਰਦੇ ਹੋਗੇ। ਬਿਲਕੁਲ ਸਰ, ਸਰਕਾਰ ਨੇ ਸਾਡੀ ਸੁਣੀ ਹੈ ਗੱਲਾਂ। ਸਾਕਸ਼ੀ ਸਾਨੀ ਜੀ ਨੇ, ਮੈਮ ਨੇ ਇਹ ਮਸ਼ੀਨ ਜਿਹੜੀ ਹੈਗੀ ਹੈ ਇਹ ਸਾਡੀ 2-3 ਗਊਸ਼ਾਲਾ 'ਚ ਲਵਾਈ ਹੈ। ਜਿਹੜੀ ਔਰਤਾਂ ਬੇਰੁਜ਼ਗਾਰ ਨੇ ਤੇ 2-3, ਇੱਕ ਸਮਾਣੇ ਇੱਕ ਸੰਗਰੂਰ, CSR ਐਕਟੀਵਿਟੀਜ਼ ਦੇ ਥਰੂ ਉਹਨਾਂ ਨੇ ਮਸ਼ੀਨਾਂ ਲਗਾਈਆਂ। ਪਹਿਲਾ ਦੌਰ ਸ਼ੁਰੂ ਕਰਤਾ ਹੈ ਉਹਨਾਂ ਨੇ, ਇੱਕ ਸਟਾਰਟਿੰਗ ਕਰਤੀ ਹੈ ਉਹਨਾਂ ਨੇ। ਪਰ ਇਹ ਹੈ ਕਿ ਹਰ ਇੱਕ ਚੀਜ਼ ਨੂੰ ਟਾਈਮ ਲੱਗਦਾ ਹੈ। ਬਟ ਮੈਂ ਇਹ ਚਾਹੁੰਦਾ ਕਿ ਇਹ ਐਵੇਂ ਹੀ ਚੱਲਦਾ ਰਹੇ। ਆਪਾਂ ਜਿੰਨਾ এনवायरमेंट ਵਾਸਤੇ ਕੰਮ ਕਰਦੇ ਰਹੀਏ, ਜਿੰਨਾ ਲੋਕਾਂ ਨੂੰ ਅਵੇਅਰਨੈਸ ਕ੍ਰੀਏਟ ਕਰਦੇ ਰਹੀਏ, ਉਹਨਾਂ ਵਧੀਆ ਹੈ ਤੇ ਅੱਗੇ ਫਿਊਚਰ ਇਹਨਾਂ ਚੀਜ਼ਾਂ ਦਾ ਹੀ ਹੈ। ਇੱਕ ਹੋਰ ਮਸ਼ੀਨ ਮੈਂ ਦੇਖ ਰਿਹਾ ਉਧਰ, ਇਹ ਸੁੱਕਾ ਕਰੀ ਜਾਂਦੇ ਕੁਝ, ਇਹ ਮਸ਼ੀਨ ਕੀ ਹੈ, ਇਹਦੇ ਨਾਲ ਰਿਲੇਟ ਕਰਦੀ ਹੈ ਇਹ ਸਰ ਗੋਬਰ ਨੂੰ ਡੀ-ਵਾਟਰਿੰਗ ਮਸ਼ੀਨ ਬੋਲਦੇ ਆ। ਅੱਛਾ, ਡੀ-ਵਾਟਰਿੰਗ ਮਤਲਬ ਪਾਣੀ ਚੂਸ ਰਹੀ ਹੈ ਉਹ ਚੋਂ? ਹਾਂਜੀ, ਇਹ ਗੋਬਰ ਦਾ ਪਾਣੀ ਅਲੱਗ ਕਰ ਰਹੀ ਹੈ, ਚੂਰਾ ਅਲੱਗ ਕਰ ਰਹੀ ਹੈ। ਇਹ ਕਿਉਂ? ਇਹ ਜਿੰਨੇ ਵੀ ਡੈਰੀ ਫਾਰਮ ਨੇ, ਜਿੰਨੇ ਵੀ ਗਊਸ਼ਾਲਾ ਨੇ, ਜਿੰਨੇ ਵੀ ਗੋਬਰ ਗੈਸ ਪਲਾਂਟ ਨੇ, ਉਹਨਾਂ ਨੂੰ ਸਮੱਸਿਆ ਆਉਂਦੀ ਸੀ ਗੋਬਰ ਦੀ ਲੱਕੜ ਤਾਂ ਬਣ ਗਈ, ਪਰ ਅਸੀਂ ਗੋਬਰ ਨੂੰ ਖਾਦ ਬਣਾਉਣਾ ਹੈ। ਖਾਦ ਬਣਾਉਣ ਵਾਸਤੇ ਗੋਬਰ ਨੂੰ 20 ਦਿਨ ਉਹਨੂੰ ਠੰਡਾ ਕਰਨਾ ਪੈਂਦਾ ਹੈ, ਉਹਦੀ ਗੈਸ ਕੱਢਣੀ ਪੈਂਦੀ ਹੈ, ਫਿਰ ਉਹਦੇ ਕੇਚੂਆ ਪਾਇਆ ਜਾਂਦਾ ਹੈ, ਫਿਰ ਉਹਨੂੰ 25 ਦਿਨ ਹੋਰ ਰੱਖਿਆ ਜਾਂਦਾ। 45 ਦਿਨ ਦਾ ਪ੍ਰੋਸੈਸ ਸੀਗਾ। ਉਹਨਾਂ ਨੇ ਮੈਨੂੰ ਕਿਹਾ ਕਿ ਸਰ ਕੋਈ ਗੋਬਰ ਨੂੰ ਸੁਕਾਉਣ ਵਾਸਤੇ ਵੀ ਕੋਈ ਮਸ਼ੀਨ ਬਣਾ ਦਿਓ। ਮੇਰੇ ਦਿਮਾਗ 'ਚ ਇੱਕ ਹੋਰ ਲੱਗਿਆ ਕਿ ਬਈ ਜੇ ਮੈਂ ਸਕਰੂ ਪ੍ਰੈਸ ਨਾਲ ਗੋਬਰ ਨੂੰ ਸੁਕਾਉਣ ਦੀ ਕੋਈ ਸਮੱਸਿਆ ਦਾ ਹੱਲ ਕਰ ਸਕਾਂ, ਤਾਂ ਮੈਂ ਇੱਕ ਮਸ਼ੀਨ ਦੇਖੀ ਸੀ, ਇਟਲੀ ਦੀ ਮਸ਼ੀਨ ਸੀਗੀ, ਜਿਹਦੀ ਕੀਮਤ ਸੀਗੀ 18 ਲੱਖ ਰੁਪਈਆ। ਆਪਣਾ ਆਮ ਬੰਦਾ ਉਹਨੂੰ ਨਹੀਂ ਲੈ ਸਕਦਾ ਸੀ। ਮੈਂ ਉਸ ਮਸ਼ੀਨ ਦੀ ਟੈਕਨੀਕ ਨੂੰ ਸਮਝਿਆ। ਉਹ ਟੈਕਨੀਕ ਨੂੰ ਸਮਝ ਕੇ ਅੱਜ ਮੈਂ ਇਹ ਮਸ਼ੀਨ ਜਿਹੜੀ ਹੈ 2,90,000 ਦੀ ਕ੍ਰੀਏਟ ਕਰਤੀ ਹੈ। ਇਹ ਮਸ਼ੀਨ ਕੀ ਕਰ ਰਹੀ ਹੈ, ਗੋਬਰ ਦਾ ਪਾਣੀ ਅਲੱਗ ਕਰਦੀ ਹੈ, ਨਾਲ ਦੀ ਨਾਲ ਚੂਰਾ ਅਲੱਗ ਕਰਦੀ ਹੈ। ਪਾਣੀ ਜਿਹੜਾ ਹੈ ਖੇਤਾਂ ਤੇ ਨਰਸਰੀ 'ਚ ਸਪਰੇਅ ਹੋਏਗਾ। ਖੇਤਾਂ ਤੇ ਨਰਸਰੀ 'ਚ ਸਪਰੇਅ ਹੋਏਗਾ ਇਹ ਪਾਣੀ। ਜਿਹੜਾ ਪਾਣੀ ਹਜੇ ਤੱਕ ਹੈ ਜ਼ਮੀਨ 'ਚ ਸੁਕਾਇਆ ਜਾਂਦਾ ਸੀ, ਇਹ ਪਾਣੀ ਨੂੰ ਯੂਜ਼ ਨਹੀਂ ਕੀਤਾ ਜਾਂਦਾ ਸੀ, ਪਰ ਅਸਲੀ ਨਿਊਟ੍ਰੀਸ਼ਨ ਜਿਹੜਾ ਹੈ ਪਾਣੀ 'ਚ ਹੈ। ਇਹ ਪਾਣੀ ਨੂੰ ਜੇ ਆਪਾਂ ਖੇਤਾਂ ਦੀ ਨਰਸਰੀ ਸਪਰੇਅ ਕਰਾਂਗੇ, ਅਸਲੀ ਨਿਊਟ੍ਰੀਸ਼ਨ ਉਹਨੂੰ ਮਿਲੇਗਾ ਤੇ ਖੇਤੀ ਜਿਹੜਾ ਆਪਣਾ ਪੌਦਾ ਉਹਨੂੰ ਕੀੜਾ ਨਹੀਂ ਲੱਗੂਗਾ ਇਸ ਪਾਣੀ ਨੂੰ। ਤੇ ਦੂਜੀ ਗੱਲ ਜਿਹੜਾ ਇਹ ਚੂਰਾ ਹੈ, ਇਹ ਚੂਰੇ 'ਚ 20 ਤੋਂ 25% ਮੋਇਸਚਰ ਹੈ। ਜਿਹੜਾ ਆਪਾਂ 20 ਦਿਨ ਗੋਬਰ ਨੂੰ ਰੱਖਿਆ ਸੀਗਾ, ਇਹ 20 ਦਿਨ ਪੁਰਾਣਾ ਹੋ ਗਿਆ ਗੋਬਰ, ਪਾਊਡਰ ਵੀ ਬਣ ਗਿਆ। ਹੁਣ ਇਹਦੇ 'ਚ ਆਪਾਂ ਕੀ ਕਰਾਂਗੇ,
100 ਲੀਟਰ ਪਾਣੀ 'ਚ ਅੱਜ ਕੱਲ੍ਹ ਇੱਕ ਮਾਰਕੀਟ 'ਚ ਵੇਸਟ ਡੀਕੰਪੋਜ਼ਰ ਮਿਲਦਾ, 50 ਰੁਪਏ ਦੀ ਡੱਬੀ ਆ ਉਹਨੂੰ 100 ਲੀਟਰ ਪਾਣੀ 'ਚ ਮਿਲਾ ਕੇ ਉਹਦੇ 'ਚ ਗੁੜ ਤੇ ਛਾਜ ਮਿਲਾ ਕੇ ਇਹਦੇ ਵਿੱਚ ਛਿੜਕਿਆ ਜਾਊਗਾ। ਸਿਰਫ ਹਫਤੇ ਤੋਂ 10 ਦਿਨ ਦੇ ਵਿੱਚ ਇਹ ਸੜ ਜਾਏਗਾ। ਸੜ ਕੇ ਇਹ ਬਿਲਕੁਲ ਕਾਲੀ ਖਾਦ ਹੋ ਜਾਊਗੀ। ਅੱਛਾ, ਇਸ ਤੋਂ ਬਣੀ ਇਸ ਤੋਂ ਬਣੀ ਹੋਈ ਖਾਦ ਹੈ। ਇਹਦੀ ਕੀਮਤ ਕੀ ਹੈ ਮਾਰਕੀਟ 'ਚ? ਇਹਦੀ 10 ਰੁਪਏ ਕਿਲੋ। ਤੇ ਫਿਰ ਇਹ ਮਤਲਬ ਜਿੰਨੀ ਮਰਜ਼ੀ ਬਣਾ ਲਵੇ ਬੰਦਾ? ਸਰ ਇਹ ਬਿਨਾਂ ਕੈਮੀਕਲ ਦੀ ਖਾਦ ਹੈ। ਇਹਨੂੰ ਜਿਹੜੀ ਆਪਣੀ ਕੈਮੀਕਲਸ ਵਾਲੀ ਖਾਦ ਹੁੰਦੀ ਹੈ ਜਿਹੜੀ ਲੋਕੀ ਲੈ ਰਹੇ ਨੇ, ਹੁਣ ਇਸ ਫਾਰਮਰ ਲੈ ਰਿਹਾ, ਜੇ ਇਹ ਖਾਦ 'ਚ ਬਦਲ ਦੇਗਾ ਲੋਕਾਂ ਨੂੰ ਕੈਂਸਰ ਦੀ ਬਿਮਾਰੀ ਤੋਂ ਨਿਜਾਤ ਮਿਲ ਜੂਗੀ। ਵਾਹ, ਬਹੁਤ ਵਧੀਆ ਜੀ, ਬਹੁਤ ਹੀ ਵਧੀਆ। ਤੁਸੀਂ ਜਿਹੜੀਆਂ ਚੀਜ਼ਾਂ ਬਣਾ ਰਹੇ ਹੋ ਇਹ ਕੀ ਦਿਖਾ ਰਹੇ ਹੋ? ਕਾਗਜ਼ ਵੀ ਹੈ ਸਰ ਮੇਰੀ ICAR ਵੱਲੋਂ ਪਾਸ ਹੈ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ, ਤੇ ਮੇਰਾ ਵੀ ਇਹ ਮੈਂ ਹਰ ਇੱਕ ਫਾਰਮਰ ਨੂੰ ਜਾਗਰੂਕਤਾ ਵਾਸਤੇ ਦਿਖਾ ਰਿਹਾ। ਇਹਦੇ ਤੇ ਵੀ ਮੈਂ ਸਬਸਿਡੀ ਕਰਵਾ ਰਿਹਾ ਕਾਫੀ, ਮਤਲਬ ਮੇਰੀ ਇਹ ਸਬਸਿਡੀ ਇਸ ਤੇ ਹੋ ਚੁੱਕੀ ਹੈ। 1 ਲੱਖ ਰੁਪਏ ਦੀ ਸਬਸਿਡੀ ਹੋ ਚੁੱਕੀ ਹੈ ਕੇਰਲਾ, ਤਾਮਿਲਨਾਡੂ, ਛੱਤੀਸਗੜ੍ਹ, ਬਿਹਾਰ, ਝਾਰਖੰਡ। ਮਤਲਬ ਸਾਡੀ ਸਰਕਾਰ ਹਜੇ ਲੇਟ ਹੈ, ਬਾਹਰਲੀਆਂ ਸਰਕਾਰਾਂ ਨੇ ਪਹਿਲਾਂ ਸਮਝ ਲਿਆ ਕਿਉਂਕਿ ਉਹ ਸਮੱਸਿਆ ਨੂੰ ਬੜੀ ਛੇਤੀ ਫੜ ਲੈਂਦੀਆਂ। ਬਿਲਕੁਲ ਬਿਲਕੁਲ ਸਰ। ਤੇ ਇਸ ਤੋਂ ਬਾਅਦ ਇਹ ਸਿਰਫ ਖਾਦ ਤੱਕ ਸੀਮਿਤ ਨਹੀਂ ਹੈ, ਇਹ ਖਾਦ ਤੱਕ ਸੀਮਿਤ ਨਹੀਂ, ਜਿਹੜਾ ਇਹ ਚੂਰਾ ਹੈ, ਇਹ ਚੂਰੇ ਨੂੰ ਪਸ਼ੂਆਂ ਦੇ ਨੀਚੇ ਬੈਠਣ ਵਾਸਤੇ ਆਪਾਂ ਬੈਡਿੰਗ ਵੀ ਬਣਾ ਸਕਦੇ ਹਾਂ। ਜਿਹੜਾ ਪਸ਼ੂ ਆਪਾਂ ਉਹਦੇ ਨੀਚੇ ਰੇਤਾ ਰੱਖ ਦਿੰਦੇ ਆ ਜਾਂ ਮਿੱਟੀ ਰੱਖ ਦਿੰਦੇ ਆ, ਉਹਨਾਂ ਨੂੰ ਲੋਕਾਂ ਨੂੰ ਮੈਂ ਸੁਣਿਆ ਡੈਰੀ ਫਾਰਮਰ ਤੋਂ ਸੁਣਿਆ, ਉਹ ਕਹਿੰਦੇ ਸਾਡੇ ਪਸ਼ੂਆਂ ਨੂੰ ਥਣਾ ਦੀ ਬਿਮਾਰੀ ਹੋ ਗਈ ਜਾਂ ਉਹਦੇ ਨਾਲ ਕੀੜੇ ਪੈ ਗਏ ਜਾਂ ਸਾਡਾ ਪਸ਼ੂ ਪ੍ਰੈਗਨੈਂਟ ਹੈ ਉਹਦੇ ਲੱਤਾਂ ਦੇ ਬੋਝ ਆ ਜਾਂਦਾ। ਜੇ ਇਹ ਪਾਊਡਰ ਆਪਾਂ ਉਹਨਾਂ ਦੇ ਨੀਚੇ ਬੈਡਿੰਗ ਬਣਾ ਕੇ ਰੱਖੀਏ ਤੇ ਉਹਨਾਂ ਨੂੰ ਸਾਰੀ ਪ੍ਰੋਬਲਮਸ ਤੋਂ ਨਿਜਾਤ ਮਿਲ ਜੂਗੀ। ਇਹ ਇੱਕ ਆਰਗੈਨਿਕ ਮੈਟਰ ਦਾ ਕੰਮ ਕਰੂਗਾ। ਜਿਹੜੀਆਂ ਗਊਆਂ ਨੂੰ ਮੱਖੀਆਂ ਤੰਗ ਕਰਦੀਆਂ, ਮੱਖੀਆਂ ਵੀ ਤੰਗ ਕਰਨੀਆਂ ਬੰਦ ਹੋ ਜਾਣਗੀਆਂ। ਬਹੁਤ ਹੀ ਵਧੀਆ ਜੀ। ਤੁਸੀਂ ਦੇਖਿਆ ਅਸੀਂ ਇੱਥੇ ਇੱਕ ਅਜਿਹੀ ਥਾਂ ਦੇ ਉੱਤੇ ਖੜੇ ਹਾਂ ਜਿੱਥੇ ਕਿ ਬਹੁਤ ਸਾਰੀਆਂ ਚੀਜ਼ਾਂ ਤਿਆਰ ਕੀਤੀਆਂ ਜਾ ਰਹੀਆਂ, ਔਰ ਤਿਆਰ ਵੀ ਕਿਸ ਤਰ੍ਹਾਂ ਦੀ ਕੀਤੀ ਜਾ ਰਹੀਆਂ? ਗੋਬਰ ਤੋਂ ਤਿਆਰ ਕੀਤੀ ਜਾ ਰਹੀਆਂ। ਜਿਹੜੀ ਵੇਸਟ ਹੈ ਉਸ ਦਾ ਹੱਲ ਕੱਢਿਆ ਜਾ ਰਿਹਾ। ਹੁਣ ਇਹਨਾਂ ਕੋਲ ਹੋਰ ਵੀ ਕੁਝ ਆ ਗਿਆ, ਇਹਦੇ ਬਾਰੇ ਵੀ ਗੱਲ ਕਰ ਲਈਏ। ਕੀ ਇਨੋਵੇਸ਼ਨ ਕੀਤੀ ਹੈ ਜੀ ਮੈਂ? ਇਹ ਹੈਗੀ ਹੈ ਜੀ ਗੋਬਰ ਦੀ ਬ੍ਰਿਕਟ। ਠੀਕ ਹੈ। ਗੋਬਰ ਦੀ ਇੱਕ ਅੱਜ ਤੋਂ ਹੁਣ ਵੀ ਅੱਜ ਵੀ ਇੱਕ ਬ੍ਰਿਕਟ ਚੱਲਦੀ ਹੈ ਜਿਹੜੀ ਕਿ ਲੱਕੜੀ ਦੇ ਬੁਰਾਦੇ ਤੇ ਕੋਇਲੇ ਦੇ ਬੁਰਾਦੇ ਤੋਂ ਬਣਦੀ ਹੈ। ਹਾਂਜੀ ਹਾਂਜੀ। ਹੁਣ ਆਪਣੀ ਗਵਰਨਮੈਂਟ ਨੇ 1 ਜਨਵਰੀ 2023 ਤੋਂ ਨੋਟਿਸ ਕੱਢ ਦਿੱਤਾ ਹੈ ਸਾਰੇ ਭੱਠੇ ਵਾਲਿਆਂ ਨੂੰ, ਸਾਰੇ ਬੋਇਲਰ ਵਾਲਿਆਂ ਨੂੰ, ਵੀ ਤੁਸੀਂ ਗੋਬਰ ਤੇ ਲੱਕੜੀ ਬੈਨ ਕਰਤੀ ਹੈ। ਆਪਾਂ ਮਤਲਬ ਇਹਨਾਂ ਨੂੰ ਨਹੀਂ ਯੂਜ਼ ਕਰਨਾ ਡਾਇਰੈਕਟਲੀ, ਆਪਾਂ ਕਿਸੇ ਚੀਜ਼ 'ਚ ਮਿਕਸ ਕਰਕੇ ਯੂਜ਼ ਕਰਨਾ ਹੈ। ਤੇ ਇੱਕ ਇਕੋਸਟੈਨ ਨਾਮ ਦੀ ਕੰਪਨੀ ਦੀ ਮਸ਼ੀਨ ਆਉਂਦੀ ਹੈ ਜਿਹੜੀ ਬ੍ਰਿਕਟ ਬਣਾਉਂਦੀ ਹੈ, ਬਾਇਓਮਾਸ ਬ੍ਰਿਕਟ ਮਸ਼ੀਨ। ਉਹ ਕੀ ਕਰਦੀ ਹੈ, ਜਿਹੜਾ ਮੇਰੀ ਗੋਬਰ ਦਾ ਚੂਰਾ ਨਿਕਲ ਰਿਹਾ ਉਸ ਬ੍ਰਿਕਟ ਮਸ਼ੀਨ 'ਚ ਜਾਊਗਾ, ਹਾਈਡ੍ਰੋਲਿਕ ਪ੍ਰੈਸ ਨਾਲ ਲੱਗ ਕੇ ਇਹ ਜੀ ਬ੍ਰਿਕਟ ਬਣ ਜੂਗੀ। ਇਹਦੇ 'ਚ ਤੁਸੀਂ ਲੱਕੜੀ ਦਾ ਪਾਊਡਰ, ਕੋਇਲੇ ਦਾ ਪਾਊਡਰ, ਚਾਵਲ ਦੀ ਫੱਕ ਕੁਝ ਵੀ ਮਿਲਾ ਸਕਦੇ ਹੋ। ਇਨਵਾਇਰਨਮੈਂਟਲ ਵਾਲੇ ਇਹਨੂੰ ਚੈਲੰਜ ਨਹੀਂ ਕਰਨਗੇ ਕਿਉਂਕਿ ਇਹਦੇ ਆਪਾਂ ਗੋਬਰ ਬਾਇਓ ਪ੍ਰੋਡਕਟ ਦੇ ਵਿੱਚ ਇਹਨੂੰ ਮਿਲਾ ਰਹੇ ਹਾਂ। ਪੋਲਿਊਸ਼ਨ ਦਾ ਮਾਤਰਾ ਘੱਟ ਹੋ ਜਾਏਗੀ, ਇੱਕ ਆਪਣਾ ਗੋਬਰ ਦਾ ਰਿਸੋਰਸ ਵੀ ਯੂਜ਼ ਹੋਊਗਾ, ਪੋਲਿਊਸ਼ਨ ਵੀ ਘਟੂਗਾ। ਤੇ ਜਿਵੇਂ ਮੈਂ ਗੋਬਰ ਦੀ ਲੱਕੜੀ ਨੂੰ ਯੂਜ਼ ਕਰ ਰਿਹਾ, ਅੱਜ ਕੱਲ੍ਹ ਮੈਂ ਇਹਨੂੰ ਪ੍ਰਮੋਟ ਕਰ ਰਿਹਾ ਕਿ ਆਪਾਂ ਗੋਬਰ ਦੀ ਬ੍ਰਿਕਟ ਬਣਾ ਕੇ ਇਹਨੂੰ ਬਾਇਲਰਸ ਤੇ ਇੰਡਸਟਰੀਅਲ ਬਾਇਲਰਸ 'ਚ ਤੇ ਇੱਟ ਭੱਠਿਆਂ ਦੇ ਵਿੱਚ ਯੂਜ਼ ਕੋਲਾ ਵੀ ਬਚ ਜਾਊਗਾ। ਜਿਹੜਾ ਕੋਲੇ ਦੀ ਖਪਤ ਵੱਧ ਰਹੀ ਹੈ, ਬਿਜਲੀ ਵਾਸਤੇ ਵੀ ਜ਼ਰੂਰਤ ਹੁੰਦੀ ਹੈ, ਉਹ ਬਚ ਜਾਊਗਾ। ਇਹ ਇੰਪੋਰਟ ਕਰ ਰਹੇ ਨੇ ਬਾਹਰੋਂ, ਆਪਣੀ ਇਕਨੋਮੀ ਬਾਹਰ ਜਾ ਰਹੀ ਹੈ। ਜਿਹੜਾ ਗੋਬਰ ਆਪਣੇ ਕੋਲ ਰਿਸੋਰਸ ਆਫ ਇਨਕਮ ਹੈਗਾ, ਆਪਾਂ ਆਪਣੇ ਕੋਲ ਜਿਹੜਾ ਰਿਸੋਰਸ ਆਫ ਉਹਨੂੰ ਕਿਉਂ ਨਹੀਂ ਯੂਜ਼ ਕਰੀਏ ਇਸ ਟਾਈਮ? ਤੇ ਮੈਂ ਉਹਨੂੰ ਯੂਜ਼ ਕਰਾਉਣਾ ਚਾਹੁੰਦਾ। ਤੇ ਮੈਂ ਇਹਦੇ ਨਾਲ ਦੇ ਪਲਾਂਟ ਘੱਟੋ-ਘੱਟ ਵੀ ਮੈਂ ਦਿੱਲੀ 'ਚ 2-3 ਲਗਾ ਚੁੱਕਿਆ। ਈਵਨ ਕਿ ਪਤੰਜਲੀ ਨੇ ਲਵਾ ਲਿਆ ਮੇਰੇ ਤੋਂ ਇਹ ਪਲਾਂਟ। ਹਾਂ, ਤੇ ਉਹਨਾਂ ਨੇ ਇਹ ਮਤਲਬ ਲਗਾ ਲਓ ਕਿ ਸਾਰੇ ਸ਼ਮਸ਼ਾਨ ਘਾਟਾਂ 'ਚ ਇਹ ਬ੍ਰਿਕਟ ਲਗਵਾਉਣੀ ਵੀ ਸ਼ੁਰੂ ਕਰਤੀ ਹੈ ਕਿਉਂਕਿ ਜਿਹੜੇ ਬੰਦੇ ਨੂੰ ਸਮਝ ਆ ਰਹੀ ਹੈ ਉਹ ਤੁਹਾਡੇ ਇਸ ਪ੍ਰੋਡਕਟ ਤੋਂ ਖੁਸ਼ ਨੇ, ਲੱਗਿਆ ਹੋਇਆ। ਤੁਸੀਂ ਦੱਸ ਰਹੇ ਹੋ ਕਿੰਨੀ ਗਊਸ਼ਾਲਾ? 90,000 ਗਊਸ਼ਾਲਾ? 9,000 ਗਊਸ਼ਾਲਾ 'ਚ ਮੈਂ ਮਸ਼ੀਨਾਂ ਲਗਾ ਚੁੱਕਿਆ। ਮਤਲਬ ਇਸ ਸਾਲ ਦੇ ਵਿੱਚ ਮੈਂ 10,000 ਦੇ ਇਰਦ-ਗਿਰਦ ਪਹੁੰਚ ਜਾਊਂਗਾ। ਠੀਕ ਹੈ। ਮਤਲਬ 9,000 ਲੋਕ ਤਾਂ ਗੋਬਰ ਨੂੰ ਯੂਟਿਲਾਈਜ਼ ਕਰਨ ਲੱਗ ਗਏ ਆ, ਲੱਕੜ ਬਚਾਉਣ ਲੱਗ ਗਏ ਆ, ਦਰਖਤ ਬਚਾਉਣ ਲੱਗ ਗਏ ਆ। ਅਦਰ ਸਟੇਟਸ ਦੀ ਗਵਰਨਮੈਂਟ ਇਸ ਤੇ ਸਬਸਿਡੀ ਦੇ ਰਹੀ ਹੈ। ਅਦਰ ਸਟੇਟ ਦੀ ਗਵਰਨਮੈਂਟ ਇਸ ਤੇ ਸਬਸਿਡੀ ਦੇ ਰਹੀ ਹੈ। ਉਹਨਾਂ ਨੇ ਮੈਂਡੇਟਰੀ ਕਰਤਾ ਹੈ ਵੀ ਤੁਸੀਂ ਯੂਜ਼ ਹੀ ਇਹੀ ਕਰਨਾ ਹੈ, ਹੋਰ ਕੁਝ ਆਪਾਂ ਨੇ ਯੂਜ਼ ਨਹੀਂ ਕਰਨਾ। ਪੇੜਾਂ ਤੇ ਤਾਂ ਬੈਨ ਹੀ ਕਰ ਦਿੱਤਾ ਗਿਆ ਉੱਥੇ ਤਾਂ, ਜਦ ਕਿ ਬਿਹਾਰ ਝਾਰਖੰਡ 'ਚ ਆਪਣੇ ਜ਼ਿਆਦਾ ਲੱਕੜੀ ਹੈ, ਪਰ ਫਿਰ ਵੀ ਉਹਨਾਂ ਨੇ ਫਿਰ ਵੀ ਬੈਨ ਕਰਤਾ ਕਿ ਬਈ ਤੁਸੀਂ ਇਹੀ ਯੂਜ਼ ਕਰਨਾ। ਜਿਹੜਾ ਛੱਤੀਸਗੜ੍ਹ ਸਟੇਟ ਹੈ ਉੱਥੇ ਦੀ ਗਵਰਨਮੈਂਟ ਕੀ ਕਰਦੀ ਹੈ, 2 ਰੁਪਏ ਕਿਲੋ ਗੋਬਰ ਨਗਰ ਨਿਗਮ ਫਾਰਮਰ ਤੋਂ ਖਰੀਦਦਾ ਹੈ। ਖਰੀਦ ਕੇ ਉੱਥੇ ਮੇਰੇ ਸਾਰੇ ਨਗਰ ਨਿਗਮ 'ਚ ਮਸ਼ੀਨਾਂ ਲੱਗੀਆਂ। ਉੱਥੇ ਔਰਤਾਂ ਨੂੰ, ਬੇਰੁਜ਼ਗਾਰਾਂ ਨੂੰ ਰੋਜ਼ਗਾਰ ਦਿੱਤਾ। ਉੱਥੇ ਉਹਨਾਂ ਨੂੰ ਮਸ਼ੀਨਾਂ ਮੇਰੀ ਲਵਾਤੀਆਂ ਤੇ ਉਹ ਅਦਰ ਸਟੇਟਾਂ ਨੂੰ ਉਹ ਲੱਕੜੀਆਂ ਬਣਾ ਕੇ ਵੇਚ ਰਹੀ ਹੈ। ਇੱਕ ਤਾਂ ਸਟੇਟ ਨੂੰ ਇਨਕਮ ਹੋ ਗਈ, ਗੋਬਰ ਦੀ ਸਮੱਸਿਆ ਖਤਮ ਹੋ ਗਈ, ਬੇਰੁਜ਼ਗਾਰੀ ਖਤਮ ਹੋ ਗਈ। ਇਹ ਕਰੋਨਾ ਦੇ ਟਾਈਮ ਤੋਂ ਚੱਲ ਰਿਹਾ ਉਹਨਾਂ ਦਾ ਪਲਾਨ। ਬਹੁਤ ਵਧੀਆ ਜੀ। ਤੁਹਾਡੀ ਜਿਹੜੀ ਇਨਵੈਂਸ਼ਨ ਹੈ, ਜਿਹੜੀ ਤੁਹਾਡੀ ਖੋਜ ਹੈ, ਬਹੁਤ ਵਧੀਆ, ਬੜੀ ਉਪਯੋਗੀ ਹੈ ਔਰ ਬੜੀ ਕਾਮਯਾਬ ਵੀ ਹੋ ਰਹੀ ਹੈ ਕਿਉਂਕਿ 9,000 ਲੋਕਾਂ ਤੱਕ ਪਹੁੰਚ ਚੁੱਕੀ ਹੈ, ਅੱਗੇ ਵੀ ਪਹੁੰਚ ਚੁੱਕੀ ਹੈ। ਇਸ ਤੋਂ ਇਲਾਵਾ ਵੀ ਕੁਝ ਹੋਰ ਸੋਚ ਰਹੇ ਹੋ ਨਵਾਂ? ਸਰ ਇਸ ਤੋਂ ਇਲਾਵਾ ਮੈਂ ਹੁਣ ਇੱਕ ਨਵਾਂ ਪ੍ਰੋਜੈਕਟ ਕਰ ਰਿਹਾ। ਇਹ ਤਾਂ ਮੈਂ ਚਲੋ ਗਊਆਂ ਵਾਸਤੇ ਕਰ ਰਿਹਾ ਸੀਗਾ ਕਿ ਚਲੋ ਮੈਂ ਪੋਲਿਊਸ਼ਨ ਨੂੰ ਬਚਾ ਰਿਹਾ ਸੀਗਾ। ਹੁਣ ਮੇਰਾ ਨਵਾਂ ਪ੍ਰੋਜੈਕਟ ਹੈ ਹਿਊਮੈਨਿਟੀ ਵਾਸਤੇ। ਇਨਸਾਨਾਂ ਲਈ ਵੀ ਕੁਝ ਕਰ ਇਨਸਾਨਾਂ ਲਈ ਕੁਝ ਕਰ ਰਹੇ ਹਾਂ। ਇਨਸਾਨਾਂ ਲਈ ਮੈਂ ਐਵੇਂ ਕਰ ਰਿਹਾ ਕਿ ਮੈਂ ਇੱਕ
ਰੇਲਵੇ ਟਰੈਕ ਨੂੰ ਜੁਆਇੰਟ ਕਰਨ ਵਾਸਤੇ ਨਾ ਇੱਕ ਫਿਸ਼ ਪਲੇਟ ਲੱਗਦੀ ਆ। ਉਹ ਟਰੈਕ ਨੂੰ ਜੁਆਇੰਟ ਕਰਦਾ, ਪਰ ਉਹਨੂੰ ਟਰੈਕ ਨੂੰ ਜੁਆਇੰਟ ਕਰਨ ਵਾਸਤੇ ਨਾ ਨਟ ਬੋਲਟ ਲੱਗਦੇ ਆ। ਉਹ ਨਟ ਬੋਲਟ ਕੀ ਹੁੰਦਾ, ਜਦੋਂ ਗੱਡੀ ਹਾਈ ਸਪੀਡ ਤੇ ਜਾਂਦੀ ਹੈ ਨਾ ਤਾਂ ਉਹ ਨਟ ਬੋਲਟ ਜਾਂ ਤਾਂ ਖੁੱਲ ਜਾਂਦੇ ਆ ਜਾਂ ਫਿਰ ਕੋਈ ਸ਼ਰਾਰਤ ਕਰਕੇ ਖੋਲ ਦਿੰਦਾ ਹੈ, ਜਿਵੇਂ ਕੋਈ ਆਤੰਕਵਾਦੀ ਨੇ ਖੋਲਤਾ ਜਾਂ ਕਿਸੇ ਦੀ ਸਾਜ਼ਿਸ਼ ਹੋਵੇ ਕਿ ਮਤਲਬ ਆਤੰਕਵਾਦੀ ਦੀ, ਕਿ ਮਤਲਬ ਆਪਾਂ ਇਹਨੂੰ ਖੋਲਣਾ, ਗੱਡੀ ਨੂੰ ਰੇਲ ਤੋਂ ਥੱਲੇ ਉਤਾਰਨਾ ਹੈ। ਹੁਣ ਬਿਹਾਰ 'ਚ ਪਿੱਛੇ ਜਿਹੇ ਇੱਕ ਖਬਰ ਆਈ ਸੀ ਕਿ ਰੇਲ ਗੱਡੀ ਉਤਰਨ ਤੋਂ ਬਚੀ ਹੈ। ਉਹ ਇਸੇ ਕਰਕੇ ਕਿ ਫਿਸ਼ ਪਲੇਟ ਵੱਲ ਕਿਸੇ ਦਾ ਧਿਆਨ ਨਹੀਂ ਗਿਆ। ਹੁਣ ਆਪਣੇ ਵੀ ਇੰਡੀਆ 'ਚ ਤੁਹਾਨੂੰ ਪਤਾ ਹੈ ਕਿ ਕਿੰਨਾ ਕੁ ਧਿਆਨ ਰੱਖ ਲੈਣਗੇ, ਇੰਨੇ ਕਿਲੋਮੀਟਰ ਤੱਕ ਤਾਂ ਰੇਲਵੇ ਟਰੈਕ ਨੇ। ਤਾਂ ਮੈਂ ਇੱਕ ਐਸੀ ਫਿਸ਼ ਪਲੇਟ ਬਣਾਈ ਹੈ, ਆਟੋਮੇਟਿਡ ਫਿਸ਼ ਪਲੇਟ, ਜੋ ਕਿ ਮੇਰੀ ਹੁਣ ਪੇਟੈਂਟ ਹੋ ਰਹੀ ਹੈ। ਉਹ ਮਤਲਬ ਉਹਦੇ 'ਚ ਕੀ ਸਿਸਟਮ ਕੀਤਾ ਹੈ, ਮੈਂ ਨਟ ਬੋਲਟ ਦੀ ਜਗ੍ਹਾ ਸਟੱਡਸ ਯੂਜ਼ ਕੀਤੇ ਹੈ। ਉਹ ਮੇਰੀ ਡਾਈ ਨਾਲ ਹੀ ਖੁੱਲੇਗੀ, ਮੇਰੀ ਡਾਈ ਨਾਲ ਹੀ ਬੰਦ ਕਰੇਗੀ ਹੋਏਗੀ। ਉਹ ਜਿੰਦਾ ਬਣਾ ਦੋਗੇ ਜਿਹਦੀ ਚਾਬੀ ਸਿਰਫ ਤੁਹਾਡੇ ਕੋਲ ਹੀ ਹੋਊਗੀ, ਹੋਰ ਕੋਈ ਚਾਬੀ ਲੱਗੇਗੀ ਨਹੀਂ। ਤੇ ਮੈਂ ਇਹ ਜਿਹੜਾ ਡਿਜ਼ਾਈਨ ਹੈ ਰੇਲਵੇ ਨੂੰ ਦੇਣਾ ਚਾਹੁੰਦਾ ਵੀ ਤੁਸੀਂ ਇਸ ਜਿਹੜੀ ਫਿਸ਼ ਪਲੇਟ ਤੁਸੀਂ ਹੁਣ ਲੈ ਰਹੇ ਹੋ ਉਹਨੂੰ ਮੇਰੀ ਟੈਕਨੋਲੋਜੀ ਨਾਲ ਬਣਾ ਕੇ ਦੇਖੋ। ਮਹਿੰਗੀ ਤਾਂ ਨਹੀਂ ਪਊਗੀ ਸਰ? ਫਿਸ਼ ਪਲੇਟ ਤਾਂ ਨਾਰਮਲ ਵੀ ਬਣਦੀ, ਨਟ ਬੋਲਟ ਜਿਹੜੇ ਲੱਗਦੇ ਆ, ਬਸ ਮੈਂ ਤਾਂ ਸਟੱਡਸ ਹੀ ਲਾਏ ਨੇ। ਤੇ ਮੈਂ ਉਹ ਚਾਹੁੰਦਾ ਕਿ ਮੇਰੀ ਜੇ ਤੁਹਾਡੇ ਥਰੂ ਕੋਈ ਆਵਾਜ਼ ਸੁਣ ਰਿਹਾ ਰੇਲਵੇ ਮਿਨਿਸਟਰੀ 'ਚ, ਮੇਰਾ ਇਹ ਪ੍ਰੋਜੈਕਟ ਇੱਕ ਵਾਰ ਦੇਖੇ ਸਮਝੇ, ਤੇ ਮੈਂ ਚਾਹਾਂਗਾ ਕਿ ਮੈਂ ਉਹਨੂੰ ਟਰਾਇਲ ਦੇਣ ਵਾਸਤੇ ਵੀ ਮੈਂ ਰੈਡੀ ਹਾਂ। ਤੇ ਮੈਂ ਇਹ ਚਾਹੁੰਦਾ ਕਿ ਇਹ ਚੀਜ਼ ਮੇਰੀ ਆਵਾਜ਼ ਅੱਗੇ ਪਹੁੰਚੇ, ਤਾਂ ਕਿ ਮੈਂ ਇੱਕ ਹਿਊਮੈਨਿਟੀ ਵਾਸਤੇ ਜੋ ਮੈਂ ਰੇਲਵੇ ਦੀ ਜਿਹੜੀ ਸਮੱਸਿਆ ਹੈ, ਜਿਹੜੀ ਲੇਬਰ ਉਹ ਯੂਜ਼ ਕਰ ਰਹੇ ਆ, ਉਹਨੂੰ ਮੈਂ ਬਚਾ ਸਕਾਂ। ਬਹੁਤ ਬਹੁਤ ਸ਼ੁਕਰੀਆ ਜੀ। ਜ਼ਰੂਰ ਸਰਕਾਰ ਤੱਕ ਤੁਹਾਡੀ ਆਵਾਜ਼ ਪਹੁੰਚੇ, ਕਿਉਂਕਿ ਤੁਹਾਡੇ ਜਿਹੜੇ ਵੀ ਪ੍ਰੋਜੈਕਟ ਹੈ ਤੁਸੀਂ ਕਹਿ ਰਹੇ ਹੋ ਕਿ ਇਹ ਹਿਊਮਨਿਟੀ ਵਾਸਤੇ, ਮੈਂ ਕਹਿੰਦਾ ਸਾਰੇ ਹਿਊਮਨਿਟੀ ਵਾਸਤੇ ਹੈ। ਕਿਉਂਕਿ ਦਰਖਤ ਦੀ ਜ਼ਰੂਰਤ ਵੀ ਇਨਸਾਨ ਨੂੰ ਹੈ, ਗੋਹੇ ਦੀ ਵੇਸਟ ਤੋਂ ਵੀ ਇਨਸਾਨ ਪਰੇਸ਼ਾਨ ਹੈ, ਤੇ ਗੋਹੇ ਦੀ ਜ਼ਰੂਰਤ ਵੀ ਇਨਸਾਨ ਨੂੰ ਹੈ, ਉਸ ਤੋਂ ਬਾਅਦ ਖਾਦ ਦੀ ਜ਼ਰੂਰਤ ਵੀ ਇਨਸਾਨ ਨੂੰ ਹੈ। ਅੱਛੀ ਖਾਦ ਮਿਲ ਜੇਗੀ ਤਾਂ ਅੱਛੀ ਉਹਦੀ ਸਿਹਤ ਬਣੂਗੀ। ਸੋ ਗੱਲ ਇਹੀ ਹੈ ਵੀ ਤੁਹਾਡਾ ਹਰੇਕ ਪ੍ਰੋਜੈਕਟ ਹੈ, ਹਰੇਕ ਪ੍ਰੋਡਕਟ ਹੈ, ਉਹ ਹਿਊਮਨਿਟੀ ਵਾਸਤੇ ਹੀ ਹੈ। ਸੋ ਜਿਹੜਾ ਤੁਹਾਡਾ ਨਵਾਂ ਹੈ ਉਹ ਵੀ ਸਰਕਾਰ ਜ਼ਰੂਰ ਸੁਣੇ, ਦੇਖੇ, ਤੁਸੀਂ ਆਪਣਾ ਡੈਮੋ ਦਿਓ। ਅਗਰ ਉਹਨਾਂ ਨੂੰ ਪਸੰਦ ਆਉਂਦਾ ਤੇ ਉਹ ਜ਼ਰੂਰ ਇਸ ਨੂੰ ਇੰਪਲੀਮੈਂਟ ਕਰਨ, ਤਾਂ ਜੋ ਬਹੁਤ ਸਾਰੀ ਲੇਬਰ ਦਾ ਖਰਚਾ ਬਚ ਸਕੇ। ਰੇਲਵੇ ਦੀ ਜਿਹੜੀ ਸੁਰੱਖਿਆ, ਮੇਨ ਸੁਰੱਖਿਆ ਜਿਹੜੀ ਵੀ ਫਿਸ਼ ਪਲੇਟ ਕੋਈ ਖੋਲ ਦਿੰਦਾ ਤੇ ਟ੍ਰੇਨ ਦੀ ਪਟੜੀ ਹਿੱਲ ਸਕਦੀ ਹੈ, ਉਹ ਜਿਹੜੀ ਬਚ ਜਾਵੇ। ਫਿਲਹਾਲ ਅਸੀਂ ਤੁਹਾਨੂੰ ਦਿਖਾ ਨਹੀਂ ਸਕਦੇ ਕਿਉਂਕਿ ਹਜੇ ਉਹਨੂੰ ਪੇਟੈਂਟ ਕਰਵਾਉਣਾ, ਜਦੋਂ ਹੋ ਜੂਗੀ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਦਿਖਾਵਾਂਗੇ, ਤਾਂ ਜੋ ਤੁਹਾਡੇ ਤੱਕ ਉਹ ਵੀ ਇਹਨਾਂ ਦਾ ਵਿਚਾਰ ਪਹੁੰਚ ਸਕੇ, ਇਹਨਾਂ ਦੀ ਸੋਚ ਪਹੁੰਚ ਸਕੇ। ਸੋ ਜੇਕਰ ਤੁਸੀਂ ਵੀ ਕਿਤੋਂ ਆਪਣੀ ਇਹ ਲੱਕੜ ਦਾ ਕਾਰੋਬਾਰ ਕਰਨਾ ਚਾਹੁੰਦੇ ਹੋ, ਇਸ ਤਰ੍ਹਾਂ ਦੀ ਮਸ਼ੀਨ ਖਰੀਦ ਕੇ ਇਸ ਤਰ੍ਹਾਂ ਦੀ ਗੋਬਰ ਤੋਂ ਲੱਕੜ ਬਣਾਉਣਾ ਚਾਹੁੰਦੇ ਹੋ, ਹਵਨ ਦੀ ਲੱਕੜ ਬਣਾਉਣਾ ਚਾਹੁੰਦੇ ਹੋ, ਜਾਂ ਜਿਹੜੇ ਇਹਨਾਂ ਨੇ ਦੱਸਿਆ ਭੱਠਿਆਂ ਵਾਲੀ ਲੱਕੜ ਬਣਾਉਣਾ ਚਾਹੁੰਦੇ ਹੋ, ਤਾਂ ਤੁਸੀਂ ਵੀ ਸੰਪਰਕ ਕਰ ਸਕਦੇ ਹੋ ਪਟਿਆਲਾ ਦੇ ਫੋਕਲ ਪੁਆਇੰਟ ਦੇ ਵਿੱਚ। ਇੱਕ ਵਾਰ ਐਡਰੈਸ ਬੋਲ ਦਿਓ ਆਪਣਾ। ਸਰ ਮੇਰਾ ਆਫਿਸ ਐਡਰੈਸ ਸਨੀ ਇੰਜੀਨੀਅਰਿੰਗ ਵਰਕਸ, C5556 ਫੋਕਲ ਪੁਆਇੰਟ ਪਟਿਆਲਾ। ਤੇ ਮੇਰਾ ਫੋਨ ਨੰਬਰ ਹੈ 9878 72154, 9878072154। ਮੈਨੂੰ ਜਦ ਮਰਜ਼ੀ ਆਰਡਰ ਕਰਕੇ ਜਿੱਥੇ ਮਰਜ਼ੀ ਤੁਸੀਂ ਮਸ਼ੀਨ ਮੰਗਾ ਸਕਦੇ ਹੋ। ਸਾਡੀ ਪੂਰੀ ਟੀਮ ਆਏਗੀ ਤੇ ਤੁਹਾਨੂੰ ਪੂਰਾ ਗਾਈਡ ਕਰਕੇ ਜਾਏਗੀ ਜੀ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਤੁਸੀਂ ਵੀ ਵੇਸਟ ਗੋਬਰ ਤੋਂ ਮੁਨਾਫਾ ਵੀ ਕਮਾ ਸਕਦੇ ਹੋ, ਉਹਦੀ ਸਮੱਸਿਆ ਨੂੰ ਹੱਲ ਵੀ ਕਰ ਸਕਦੇ ਹੋ ਤੇ ਰੋਜ਼ਗਾਰ ਵੀ ਚਲਾ ਸਕਦੇ ਹੋ। ਜੇਕਰ ਤੁਹਾਡੇ ਕੋਲ ਥੋੜ੍ਹੇ ਜਿਹੇ ਪੈਸੇ ਹੈਗੇ ਆ, ਥੋੜ੍ਹੀ ਜਿਹੀ ਸਪੇਸ ਹੈਗੀ ਹੈ, ਤਾਂ ਤੁਸੀਂ ਗੋਬਰ ਲੈ ਕੇ ਲੋਕਾਂ ਤੋਂ, ਜਿਹੜਾ ਲੋਕ ਅਕਸਰ ਸਿੱਟ ਦਿੰਦੇ ਆ, ਉਸ ਤੋਂ ਲੱਕੜ ਬਣਾਉਣ ਦਾ ਕਾਰੋਬਾਰ ਸ਼ੁਰੂ ਕਰ ਸਕਦੇ ਹੋ, ਬਹੁਤ ਘੱਟ ਰੇਟਾਂ ਦੇ ਵਿੱਚ ਔਰ ਬਹੁਤ ਘੱਟ ਖਰਚੇ ਦੇ ਵਿੱਚ। ਕੈਮਰਾਮੈਨ ਸੁਨੀਲ ਦੇ ਨਾਲ ਅਨੁਰਾਗ ਸ਼ਰਮਾ, ਡੇਲੀ ਪੋਸਟ ਪੰਜਾਬੀ ਲਈ ਪਟਿਆਲਾ ਤੋਂ।